ਪੰਜਾਬੀ ਭਾਸ਼ਾ ਜੋ ਸਾਡੀ ਆਪਣੀ ਮਾਂ ਬੋਲੀ ਹੈ ਇਹਨੂੰ ਜੰਮੂ ਕਸ਼ਮੀਰ ਦੀ ਆਫੀਸ਼ੀਅਲ ਲੈਂਗੁਏਜਸ ਦੇ ਵਿੱਚ ਸ਼ਾਮਲ ਕੀਤਾ ਜਾਏ। ਪੰਜਾਬੀ ਭਾਸ਼ਾ ਲਾਗੂ ਕਰੋ, ਲਾਗੂ ਕਰੋ, ਲਾਗੂ ਕਰੋ। ਸੈਂਟਰ ਗਵਰਨਮੈਂਟ ਹੋਸ਼ में आओ। कि पिछले दिन जो ऑफिशियल लैंग्वेज का एक्ट जो 2020 उन्होंने पास किया उसने जो 5 जबाना जड़ियाँ उन्होंने ऑफिशियल लैंग्वेज साढ़े यूनियन टैरेटरी जम्मू कश्मीर में दी, लेकिन वो जी मेन साड़ी भाषा है जी पंजाबी भाषा जो शुरू तो चलती आई है इग्नोर करता। गवर्नमेंट होश में आओ, होश में आओ, होश में आओ। पंजाबी भाषा लागू करो, लागू करो, लागू करो। पंजाबी भाषा लागू करो, लागू करो, लागू करो। ਇੱਕ ਕੋਈ ਉੱਥੇ ਬਾਹਰ ਸ਼ਹੀਦੀ ਪਾ ਦੇ ਤੇ ਉਹਦੇ ਨਾਮ ਦੀ ਡਾਕ ਟਿਕਟਾਂ ਤੱਕ ਜਾਰੀ ਹੋ ਜਾਂਦੀਆਂ ਹਨ। ਬਲ ਗੱਲ ਕਰੀਏ J&K ਦੀ, ਜਿੱਥੇ ਅਰਥਕੁਏਕ ਵਰਗੇ ਡਿਜ਼ਾਸਟਰ ਹੋਏ ਹਨ, ਸੈਲਾਬ ਆਏ ਹਨ, ਕਰੋਨਾ ਵਰਗੀ ਭਿਆਨਕ ਬਿਮਾਰੀ ਵਿੱਚ ਸਿੱਖ ਸਭ ਤੋਂ ਅੱਗੇ ਲੰਗਰ ਤੇ ਰਾਸ਼ਨ ਲੈ ਕੇ ਪੁੱਜੇ ਹਨ, ਲੇਕਿਨ ਉਸ ਤੋਂ ਬਾਅਦ ਵੀ ਸਿੱਖਾਂ ਨਾਲ ਇੱਕ ਬਹੁਤ ਵੱਡਾ ਸੈਂਟਰ ਕਮੇਟੀ ਵੱਲੋਂ ਜੋ ਗਵਰਨਮੈਂਟ ਹੈ ਉਹਦੇ ਵੱਲੋਂ ਧੱਕਾ ਕੀਤਾ ਗਿਆ ਹੈ। ਅਸੀਂ ਸਾਰੇ ਉਸ ਦੇ ਖਿਲਾਫ ਪ੍ਰੋਟੈਸਟ ਕਰਦੇ ਹਾਂ। ਅਸੀਂ ਗਵਰਨਰ ਅੱਗੇ ਡੈਪੂਟੇਸ਼ਨ ਲੈ ਕੇ ਜਾਵਾਂਗੇ ਕਿ ਜੋ ਪੰਜਾਬੀ ਲੈਂਗੁਏਜ ਹੈ ਜਿਹਨੂੰ ਆਫੀਸ਼ੀਅਲ ਦਰਜਾ ਨਹੀਂ ਦਿੱਤਾ ਗਿਆ ਉਹਦੇ ਉੱਪਰ ਪੁਨਰ ਵਿਚਾਰ ਕੀਤਾ ਜਾਵੇ। मोदी होश में आओ, होश में आओ, होश में आओ। सेंटर सरकार मुर्दाबाद, मुर्दाबाद, मुर्दाबाद। ਔਰ ਅੱਜ ਸਾਡੀ ਪੰਜਾਬੀ ਦੇ ਨਾਲ ਤੁਸੀਂ ਇੱਥੇ ਧੱਕਾ ਕਰ ਰਹੇ ਹੋ। ਅਸੀਂ ਇੱਕ ਵਾਰ ਸਰਕਾਰ ਨੂੰ ਪੂਰੀ ਸਮੂਹ ਲੋਕਾਂ ਦੀ ਤਰਫੋਂ ਜੋ ਪੰਜਾਬੀ ਬੋਲਦੇ ਨੇ, ਪੰਜਾਬੀ ਸਮਝਦੇ ਨੇ, ਦੋਏ ਹੱਥ ਜੋੜ ਕੇ ਬੇਨਤੀ ਕਰਾਂਗੇ ਕਿ ਇਸ ਪੰਜਾਬੀ ਨੂੰ ਤੁਸੀਂ ਵਾਪਸ ਆਫੀਸ਼ੀਅਲ ਭਾਸ਼ਾ ਦੇ ਵਿੱਚ ਸ਼ਾਮਲ ਕਰਕੇ ਇਹਨਾਂ ਸਿੱਖਾਂ ਦੇ ਨਾਲ, ਪੰਜਾਬੀ ਬੋਲਦੇ ਲੋਕਾਂ ਦੇ ਨਾਲ ਇਹ ਜੋ ਧੱਕਾ ਹੋਇਆ ਉਸ ਨੂੰ ਦੁਬਾਰਾ ਰੀਡਰੈਸ ਕੀਤਾ ਜਾਏ। ਗੁਰਬਾਣੀ ਅਖੰਡ ਬਾਣੀ ਚੈਨਲ ਦੇਖਦੇ ਸਾਰੇ ਦਰਸ਼ਕਾਂ ਦਾ ਨਿੱਘਾ ਸਵਾਗਤ ਹੈ। ਨਾਲ ਹੀ ਅੱਜ ਸਿੰਬਲ ਮੋੜ ਵਿਖੇ ਇਹ ਸਿੱਖ ਸੰਗਤਾਂ ਜੋ ਨੇਸ਼ਨ ਸਾਰੀਆਂ ਇਕੱਠੀਆਂ ਹੋਈਆਂ ਹਨ। ਅੱਜ ਜੋ ਪੰਜਾਬੀ ਮਾਂ ਬੋਲੀ ਨੂੰ ਲੈ ਕੇ ਪੰਜਾਬੀ ਮਾਂ ਬੋਲੀ ਦੀ ਨਿਖੇਧੀ ਕੀਤੀ ਗਈ ਹੈ। ਇੱਕ ਰੋਸ਼ ਮੁਜ਼ਾਹਰਾ ਜਿਹੜਾ ਕਿ ਇੱਥੇ ਦੀ ਸੰਗਤਾਂ, ਲੋਕਲ ਲੋਕ, ਸੋਸ਼ਲ ਸੰਸਥਾਵਾਂ ਸਾਰੀਆਂ ਮਿਲ ਕੇ ਇਹ ਰੋਸ਼ ਮਾਰਚ ਜਿਹੜਾ ਇੱਥੇ ਰੱਖਿਆ ਗਿਆ ਹੈ। ਆਓ ਤੁਹਾਨੂੰ ਲੈ ਚਲਦੇ ਹਾਂ, ਨਾਲ ਹੀ ਤੁਹਾਨੂੰ ਗੱਲਬਾਤ ਵੀ ਕਰਾਂਗੇ ਇੱਥੇ ਸਾਰੇ ਨਾਲ, ਔਰ ਨਾਲ ਇਸ ਮੁਜ਼ਾਹਰੇ ਦਾ ਜਿਹੜਾ ਲਾਈਵ ਟੈਲੀਕਾਸਟ ਤੁਹਾਨੂੰ ਦਿਖਾਉਂਦੇ ਹਾਂ। ਉੱਥੇ ਪੰਜਾਬੀ ਨੂੰ ਵੀ ਆਫੀਸ਼ੀਅਲ ਲੈਂਗੁਏਜ ਤੇ ਆਫੀਸ਼ੀਅਲ ਲੈਂਗੁਏਜ ਕਾਊਂਟ ਕੀਤਾ ਜਾਵੇ। ਸੋ ਬਣਾਉਂਦੇ ਹੋਏ ਅੱਜ ਕਾਫੀ ਸਾਡੇ ਪਾਸ ਵੀਰ ਪੁੱਜੇ ਨੇ, ਤੇ ਸਭ ਤੋਂ ਪਹਿਲਾਂ ਮੈਂ ਵੀਰ ਤਜਿੰਦਰ ਸਿੰਘ ਨੂੰ ਬੇਨਤੀ ਕਰਦਾ ਕਿ ਉਹ ਆਪਣੇ 2-3 ਮਿੰਟਾਂ ਲਈ ਉਹ ਜ਼ਰੂਰ ਸਟੇਜ ਤੇ ਆਉਣ, ਅੱਗੇ ਥੋੜ੍ਹੇ ਜਿਹੇ ਆਪਣੇ ਵਿਚਾਰ ਰੱਖਣ। ਵੀਰ ਤਜਿੰਦਰ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਆਪ ਸਾਰਿਆਂ ਦਾ ਧੰਨਵਾਦ ਜੋ ਇਸ ਰੋਸ਼ ਵਿੱਚ ਸ਼ਾਮਿਲ ਹੋਏ ਹੋ। ਇਸ ਤੋਂ ਪਹਿਲਾਂ ਕਿ ਅਸੀਂ ਇਹ ਰੋਸ਼ ਮੁਜ਼ਾਹਰਾ ਸ਼ੁਰੂ ਕਰੀਏ, ਸਾਰਿਆਂ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਇਸ ਰੋਸ਼ ਮੁਜ਼ਾਹਰੇ ਦਾ ਮੇਨ ਮਕਸਦ ਕੀ ਹੈ। ਇਸ ਰੋਸ਼ ਮੁਜ਼ਾਹਰੇ ਦਾ ਮੇਨ ਮਕਸਦ ਹੈ ਪੰਜਾਬੀ ਭਾਸ਼ਾ ਜੋ ਸਾਡੀ ਆਪਣੀ ਮਾਂ ਬੋਲੀ ਹੈ ਇਹਨੂੰ ਜੰਮੂ ਕਸ਼ਮੀਰ ਦੀ ਆਫੀਸ਼ੀਅਲ ਲੈਂਗੁਏਜਸ ਦੇ ਵਿੱਚ ਸ਼ਾਮਲ ਕੀਤਾ ਜਾਏ। ਇਸ ਤੋਂ ਪਹਿਲਾਂ ਕਿ ਅਸੀਂ ਇਸ ਗੱਲ ਦੀ ਆਵਾਜ਼ ਚੱਕੀਏ ਕਿ ਇਹਨੂੰ ਆਫੀਸ਼ੀਅਲ ਲੈਂਗੁਏਜ ਜਿਹੜਾ ਬਣਾਇਆ ਜਾਵੇ, ਕਿ ਇਹਦਾ ਪਿਛੋਕੜ ਜੰਮੂ ਕਸ਼ਮੀਰ ਦੇ ਵਿੱਚ ਕੀ ਹੈ। ਵਿੱਚ ਅੱਜ ਤੋਂ ਯਾਨੀ ਕਿ ਮਹਾਰਾਜਾ ਰਣਜੀਤ ਸਿੰਘ ਜੀ ਦੇ ਸਮੇਂ ਤੋਂ ਇਹ ਭਾਸ਼ਾ ਜੋ ਹੈ ਆਫੀਸ਼ੀਅਲ ਲੈਂਗੁਏਜ ਜਿਹੜੀ ਸੀਗੀ ਹੁੰਦੀ ਸੀ। ਪਾਰਸੀ, ਜਿਹਨੂੰ ਆਪਾਂ ਪਰਸ਼ੀਅਨ ਜਾਂ ਫਾਰਸੀ ਕਹਿੰਦੇ ਆ, ਇਹ ਉਹ ਭਾਸ਼ਾ ਹੈ, ਤੇ ਇਹਦੇ ਨਾਲ ਬਰਾਬਰ ਦੀ ਭਾਸ਼ਾ ਜਿਹੜੀ ਸੀਗੀ ਉਹ ਸੀਗੀ ਸਾਡੀ ਗੁਰਮੁਖੀ ਪੰਜਾਬੀ। ਪੰਜਾਬੀ ਬੋਲਦੇ ਇਲਾਕੇ ਜਿਹੜੇ ਆ ਪਾਕਿਸਤਾਨ ਦੇ ਵਿੱਚ 80 ਬੋਲਦੇ ਆ। ਕਸ਼ਮੀਰ ਦੇ ਵਿੱਚ ਕਰੀਬ 16 ਲੱਖ ਬੰਦਾ 1947 ਤੋਂ ਪਹਿਲਾਂ ਪੰਜਾਬੀ ਬੋਲਦਾ ਸੀ, ਲਿਖਦਾ ਸੀ, ਅਤੇ 90% ਬੰਦੇ ਜਿਹੜੇ ਜੰਮੂ ਕਸ਼ਮੀਰ ਦੀ ਗੱਲ ਕਰ ਰਹੇ ਆ, ਬਾਹਰ ਦੀ ਨਹੀਂ, 90% ਬੰਦੇ ਜਿਹੜੇ ਆ ਉਹ ਪੰਜਾਬੀ ਲੈਂਗੁਏਜ ਨੂੰ ਸਮਝਦੇ ਆ, ਜਾਣਦੇ ਆ। ਇਸ ਕਰਕੇ ਇਹ ਪੰਜਾਬੀ ਭਾਸ਼ਾ ਜਿਹੜੀ ਹੈ 1947 ਤੋਂ ਪਹਿਲਾਂ ਹੀ ਸੰਵਿਧਾਨ ਦਾ ਜਿਹੜਾ 8ਵਾਂ ਸਤਰ ਹੈਗਾ, 8th ਸ਼ੈਡਿਊਲ ਸੀਗਾ, ਜਿਹੜਾ ਪਹਿਲਾਂ ਦੀ ਹੀ ਸ਼ਾਮਲ ਹੈ। ਔਰ ਇਹ ਇੱਥੋਂ ਸਾਹਮਣੇ ਪਤਾ ਲੱਗਦਾ ਹੈ ਕਿ ਵਿਤਕਰਾ ਕਿਵੇਂ ਕੀਤਾ ਜਾ ਰਿਹਾ ਹੈ।
ਵਿਤਕਰਾ ਇਸ ਤਰੀਕੇ ਦੇ ਨਾਲ ਹੋ ਰਿਹਾ ਹੈ ਕਿ ਜਿਹੜੀ ਭਾਸ਼ਾ, ਜਿਵੇਂ ਕਿ ਆਪਾਂ ਇੱਥੇ ਦੀ ਇੱਕ ਲੋਕਲ ਭਾਸ਼ਾ ਹੈਗੀ ਹੈ ਡੋਗਰੀ, ਜਿਹੜੀ ਕਿ ਬੇਸਿਕਲੀ ਇਹ ਪੰਜਾਬੀ ਭਾਸ਼ਾ ਦੀ ਮਾਂ, ਇਹ ਪੰਜਾਬੀ ਭਾਸ਼ਾ ਜਿਹੜੀ ਹੈ ਇਹਦੀ ਮਾਂ ਹੈ। ਡੋਗਰੀ ਭਾਸ਼ਾ ਜਿਹੜੀ ਆ ਇਹ ਪੰਜਾਬੀ ਦੀ ਧੀ ਗਿਣੀ ਜਾਂਦੀ ਹੈ। ਇਸੇ ਤਰ੍ਹਾਂ ਪਹਾੜੀ ਭਾਸ਼ਾ ਹੈ, ਕਸ਼ਮੀਰੀ ਪੰਜਾਬੀ ਹੈ, ਇਵਨ ਕਿ ਜਿਹੜੀ ਉਰਦੂ ਦੀ ਔਰ ਪੰਜਾਬੀ ਦੀ ਆਪਸ ਦੇ ਵਿੱਚ ਤਾਲਮੇਲ ਆ ਇਹ ਵੀ ਬਹੁਤ ਵੱਡਾ ਹੈ। ਇਸ ਤੋਂ ਵੱਡੀ ਜਿਹੜੀ ਗੱਲ ਆ ਕਿ ਪੰਜਾਬੀ ਭਾਸ਼ਾ ਹੀ ਇੱਕਮਾਤਰ ਐਸੀ ਭਾਸ਼ਾ ਹੈ ਇਸ ਇਲਾਕੇ ਦੇ ਵਿੱਚ, ਬਲਕਿ ਮੈਂ ਤਾਂ ਕਹਿਣਾ ਵਾ ਕਿ ਪੂਰੇ ਇਹ ਨਾਰਥ ਇੰਡੀਆ ਦੇ ਵਿੱਚ ਇਹ ਇੱਕ ਭਾਸ਼ਾ ਹੈ ਜਿਹਦੀ ਆਪਣੀ ਲਿਪੀ ਹੈਗੀ ਹੈ। ਹਿੰਦੀ ਦੀ, ਜਿਹਨੂੰ ਆਪਾਂ ਅੱਜ ਕੱਲ੍ਹ ਕਿਹਾ ਜਾਂਦਾ ਹੈ ਕਿ ਨੈਸ਼ਨਲ ਲੈਂਗੁਏਜ ਹੈ, ਪਰ ਫॉर योर ਕਾਈਂਡ ਇਨਫੋਰਮੇਸ਼ਨ ਮੈਂ ਤੁਹਾਨੂੰ ਦੱਸ ਦਵਾਂ ਕਿ ਜਿਹੜਾ 8ਵਾਂ ਸ਼ਡਿਊਲ ਹੈ ਇਹਦੇ ਵਿੱਚ ਜਦੋਂ ਭਾਰਤ ਆਜ਼ਾਦ ਹੋਇਆ ਸੀ ਸਿਰਫ 19 ਭਾਸ਼ਾਵਾਂ ਸਨ, ਜਿਨ੍ਹਾਂ ਦੇ ਵਿੱਚ ਸਾਡੀ ਪੰਜਾਬੀ ਜਿਹੜੀ ਆ ਉਹ ਸ਼ਾਮਲ ਸੀਗੀ। 2004 ਦੇ ਵਿੱਚ ਜਾ ਕੇ ਡੋਗਰੀ ਨੂੰ ਇਸ 8 ਸ਼ਡਿਊਲ ਦੇ ਵਿੱਚ ਜਿਹੜਾ ਹੈ ਸੰਵਿਧਾਨ ਦੇ ਉਹਦੇ ਸ਼ਾਮਲ ਕੀਤਾ ਗਿਆ। ਔਰ 2004 ਦੇ ਵਿੱਚ ਅਗਰ ਤੁਸੀਂ ਇਹਨੂੰ ਇੱਥੇ ਸ਼ਾਮਲ ਕਰ ਰਹੇ ਹੋ ਤੇ 2004 ਦੇ ਵਿੱਚ ਅਗਰ ਤੁਸੀਂ ਇਹਨੂੰ ਸ਼ਾਮਲ ਕਰ ਰਹੇ ਹੋ ਤਾਂ 1947 ਤੋਂ ਪਹਿਲਾਂ ਵਾਲੀ ਜਿਹੜੀ ਤੁਹਾਡੀ ਪੰਜਾਬੀ ਭਾਸ਼ਾ ਸੀਗੀ, ਜਿਹੜੀ ਆਫੀਸ਼ੀਅਲ ਲੈਂਗੁਏਜ ਸੀਗੀ, ਉਹਨੂੰ ਕਿਉਂ ਨਹੀਂ ਸ਼ਾਮਲ ਕੀਤਾ ਜਾ ਰਿਹਾ? ਉਹਦਾ ਪੂਰਾ ਹੱਕ ਹੈ ਕਿ ਉਹਨੂੰ ਇਸ ਵੇਲੇ ਪੰਜਾਬੀ ਭਾਸ਼ਾ ਨੂੰ ਜੰਮੂ ਕਸ਼ਮੀਰ ਦੀ ਇਹਨਾਂ 5 ਭਾਸ਼ਾਵਾਂ ਦੇ ਨਾਲ ਸ਼ਾਮਲ ਕੀਤਾ ਜਾਏ ਔਰ ਉੱਚ ਦਰਜਾ ਦਿੱਤਾ ਜਾਏ। ਇਹਦੀ ਮੈਂ ਇੱਕ ਜੀਂਦੀ ਜਾਗਦੀ ਤੁਹਾਨੂੰ ਇੱਕ ਐਗਜ਼ਾਮਪਲ ਦੇਣਾ ਹਾਂ। ਆਰਐਸਪੁਰਾ, ਰਣਬੀਰ ਸਿੰਘ ਪੁਰਾ ਰੇਲਵੇ ਸਟੇਸ਼ਨ ਹੁੰਦਾ ਸੀ 47 ਤੋਂ ਪਹਿਲਾਂ, ਜਿਹੜੀ ਕਿ ਇੱਥੋਂ ਹੀ ਰੇਲ ਇਹਦਾ ਜਿਹੜਾ ਸਟੇਸ਼ਨ ਸੀ ਰਣਬੀਰ ਸਿੰਘ ਪੁਰਾ, ਜਿਹੜਾ ਸਾਡੇ ਹੀ ਇਲਾਕੇ ਦੇ ਵਿੱਚ ਹੈ। ਔਰ ਉਸ ਇਲਾਕੇ ਦੇ ਵਿੱਚ ਅਗਰ ਤੁਸੀਂ ਹੁਣ ਵੀ ਜਾ ਕੇ ਦੇਖੋ, ਜੇ ਕਿਸੇ ਨੂੰ ਜ਼ਰੂਰਤ ਹੋਵੇ ਤਾਂ ਮੈਂ ਫੋਟੋ ਦੇ ਸਕਦਾ, ਉਹਦੇ ਉੱਤੇ 3 ਭਾਸ਼ਾਵਾਂ ਦੇ ਨਾਲ ਉਸ ਰੇਲਵੇ ਸਟੇਸ਼ਨ ਦਾ ਨਾਮ ਲਿਖਿਆ ਗਿਆ ਹੈ, ਰੇਲਵੇ ਸਟੇਸ਼ਨ ਰਣਬੀਰ ਸਿੰਘ ਪੁਰਾ। ਪਹਿਲੀ ਭਾਸ਼ਾ ਗੁਰਮੁਖੀ ਪੰਜਾਬੀ ਸੀਗੀ ਅਤੇ ਤੀਜੀ ਭਾਸ਼ਾ ਇੰਗਲਿਸ਼ ਸੀਗੀ। ਇੱਥੇ ਜਿਹੜੀ ਭਾਸ਼ਾ ਨੈਸ਼ਨਲ ਲੈਂਗੁਏਜ ਹੈਗੀ ਆ ਉਹ ਨੈਸ਼ਨਲ ਲੈਂਗੁਏਜ ਨਹੀਂ ਹੈ ਜਿਹਨੂੰ ਹਿੰਦੀ ਨੂੰ ਨੈਸ਼ਨਲ ਲੈਂਗੁਏਜ ਕਿਹਾ ਜਾਂਦਾ ਹੈ। ਤੁਸੀਂ ਭਾਰਤ ਦਾ ਸੰਵਿਧਾਨ ਖੋਲ ਕੇ ਦੇਖੋ, ਜਿਹੜਾ ਉਹਦਾ 8th ਜਿਹੜਾ ਸ਼ਡਿਊਲ ਹੈਗਾ ਉਹਨੂੰ ਪੜ੍ਹ ਕੇ ਦੇਖੋ, ਉਹਦੇ ਵਿੱਚ ਸਾਫ਼ ਲਿਖਿਆ ਹੈ ਕਿ ਹਿੰਦੀ ਜਿਹੜੀ ਆ ਉਹ ਆਫੀਸ਼ੀਅਲ ਲੈਂਗੁਏਜ ਹੈ, ਨਾ ਕਿ ਨੈਸ਼ਨਲ ਲੈਂਗੁਏਜ ਹੈ। ਨੈਸ਼ਨਲ ਲੈਂਗੁਏਜ ਜਿਹੜੀਆਂ ਨਾ ਉਹ 2004 ਤੋਂ ਬਾਅਦ ਹੁਣ 22 ਹੋ ਗਈਆਂ ਨੇ। 22 ਜਿਹੜੀਆਂ ਭਾਸ਼ਾਵਾਂ ਹਨ ਉਹਨਾਂ ਨੂੰ ਨੈਸ਼ਨਲ ਲੈਂਗੁਏਜ ਦਾ ਜਿਹੜਾ ਹੈ ਦਰਜਾ ਦਿੱਤਾ ਗਿਆ ਹੈ, ਜਿਹਦੇ ਵਿੱਚ ਸਾਡੀ ਮਾਂ ਬੋਲੀ ਪੰਜਾਬੀ ਗੁਰਮੁਖੀ ਸ਼ਾਮਲ ਹੈ। ਤੇ ਇਸ ਕਰਕੇ ਇਹ ਵਿਤਕਰਾ ਜਿਹੜਾ ਕਿ ਇਹ ਭਾਰਤ ਸਰਕਾਰ, ਜਿਹੜੀ ਇਸ ਵੇਲੇ ਦੀ ਮੌਜੂਦਾ ਭਾਰਤ ਸਰਕਾਰ ਜਿਹੜੀ ਸਿੱਖਾਂ ਦੇ ਨਾਲ ਜਾਂ ਪੰਜਾਬੀ ਬੋਲਦੇ ਲੱਗ, ਮੈਂ ਇੱਕ ਗੱਲ ਹੋਰ ਦੱਸ ਦੇਵਾਂ, ਇਹ ਮੁੱਦਾ ਕੇਵਲ ਸਿੱਖਾਂ ਦਾ ਨਹੀਂ ਜੇ, ਜਿਹੜੇ ਅਸੀਂ ਲੋਕੀ ਆਪਾਂ ਕਹਿ ਰਹੇ ਹਾਂ ਸਾਡਾ ਤਾਂ ਮੁੱਦਾ ਹੈ ਹੀ ਇਹ, ਲੇਕਿਨ ਜੰਮੂ ਕਸ਼ਮੀਰ ਦੇ 90% ਲੋਕੀ ਜਿਹੜੇ ਆ ਪੰਜਾਬੀ ਨੂੰ ਭਲੀ ਹਿੰਦੀ ਦਾ ਅਗਰ ਤੁਸੀਂ ਸੈਂਸਸ ਚੱਕ ਲਓ 2001 ਦਾ, ਉਹਦੇ ਵਿੱਚ ਜਿਹੜਾ ਪ੍ਰਾਈਵੇਟ ਆਰਗੇਨਾਈਜੇਸ਼ਨਸ ਨੇ, NGOs ਨੇ ਜਿਹੜੇ ਸਰਵੇ ਕੀਤੇ ਹੋਏ ਆ, ਉਹਦੇ ਵਿੱਚ ਜਿਹੜਾ ਜੰਮੂ ਕਸ਼ਮੀਰ ਦੇ ਵਿੱਚ ਹਿੰਦੀ ਜਾਣਨ ਵਾਲੇ ਜਿਹੜੇ ਆ ਉਹ 73% ਆ ਤੇ 81% ਜਿਹੜੇ ਆ ਉਹ ਪੰਜਾਬੀ ਜਾਣਨ ਵਾਲੇ ਲੋਕੀ ਆ। ਇਸ ਚੀਜ਼ ਤੋਂ ਸਾਨੂੰ ਜਾਣੂ ਹੋਣਾ ਚਾਹੀਦਾ ਹੈ, ਤਾਂ ਹੀ ਅਸੀਂ ਜਿਹੜਾ ਵਾ ਇਹ ਇਸ ਦਾ ਮੁਜ਼ਾਹਰੇ ਦੇ ਵਿੱਚ ਆਪਾਂ ਆਪਣਾ ਰੋਸ਼ ਪ੍ਰਗਟ ਕਰ ਸਕਦੇ ਹਾਂ। ਇਹ ਜੋ ਰੋਸ਼ ਮੁਜ਼ਾਹਰਾ ਹੈਗਾ ਇਹ ਸਿਰਫ ਰੋਸ਼ ਮੁਜ਼ਾਹਰਾ ਨਹੀਂ ਹੈ, ਇਹ ਆਪਣੇ ਹੱਕਾਂ ਦੇ ਲਈ ਇੱਕ ਵਧੀਆ ਤਰੀਕੇ ਦੇ ਨਾਲ ਆਵਾਜ਼ ਚੱਕਣਾ ਹੈ। ਇਸ ਚੀਜ਼ ਦਾ ਮੈਂ ਇਸ ਸਰਕਾਰ ਨੂੰ ਮੈਂ ਕਹਿ ਦਵਾਂ, ਖਬਰਦਾਰ ਕਰਦਾ ਹਾਂ ਕਿ ਖਬਰਦਾਰ ਜੋ ਸਾਡੇ ਨਾਲ ਇਸ ਤਰੀਕੇ ਦਾ ਵਿਤਕਰਾ ਅੱਗੇ ਵੀ ਕੀਤਾ ਜਾਂ ਇਸ ਵਿਤਕਰਾ ਜਿਹੜਾ ਕੀਤਾ ਇਹਨੂੰ ਤੁਸੀਂ ਠੀਕ ਨਾ ਕੀਤਾ। ਤੇ ਜਿਹੜੀ ਸਾਡੀ ਕੌਮ ਹੈ, ਅਸੀਂ ਸਾਡਾ ਦੇਖੋ ਜੀ, ਮੈਂ ਤਾਂ ਸਿੱਧੀ ਜੀ ਗੱਲ ਕਹਿਣਾ, ਗੁਰੂ ਗ੍ਰੰਥ ਸਾਹਿਬ ਜੀ ਅਗਰ ਗੁਰਮੁਖੀ ਦੇ ਵਿੱਚ ਲਿਖੇ ਗਏ ਆ, ਜਿਹੜੀ ਭਾਸ਼ਾ ਆਪਣੀ ਲਿਪੀ ਆ, ਅਗਰ ਇਸ ਲਿਪੀ ਦੇ ਨਾਲ, ਇਸ ਭਾਸ਼ਾ ਦੇ ਨਾਲ ਕਿਸੇ ਵੀ ਤਰੀਕੇ ਦਾ ਵਿਤਕਰਾ ਕੀਤਾ ਗਿਆ ਤਾਂ ਸਿੱਖ ਕੌਮ ਜਿਹੜੀ ਆ ਇਹ ਕਿਸੇ ਵੀ ਹੱਦ ਤੱਕ ਜਾਣ ਨੂੰ ਤਿਆਰ ਹੈ। ਇਸ ਕਰਕੇ ਇਸ ਸਰਕਾਰ ਨੂੰ ਖਬਰਦਾਰ ਹੋਣਾ ਚਾਹੀਦਾ ਹੈ ਕਿ ਇਸ ਸਰਕਾਰ ਨੂੰ ਮੈਂ ਫਿਰ ਤੋਂ ਇੱਕ ਵਾਰੀ ਖਬਰਦਾਰ ਕਰਦਾ ਹਾਂ ਕਿ ਜਲਦੀ ਤੋਂ ਜਲਦੀ ਇਹ ਜਿਹੜਾ ਬਿੱਲ ਤੁਸੀਂ ਪਾਰਲੀਮੈਂਟ ਦੇ ਵਿੱਚ ਧੱਕੇ ਦੇ ਨਾਲ ਪਾਸ ਕੀਤਾ ਹੈ, ਇਹ ਕਰੋਨਾ ਮਹਾਮਾਰੀ ਦੇ ਚਲਦੇ ਅੰਡਰਗਰਾਉਂਡ ਦੇ ਜਿਹੜੇ ਕੰਮ ਕਰੀ ਜਾ ਰਹੇ ਹੋ, ਖਬਰਦਾਰ ਹੋ ਜਾਓ। ਇਹ ਨਾ ਸੋਚੋ ਕਿ ਅਸੀਂ ਲੋਕੀ ਜਿਹੜੇ ਆ ਅਨਪੜ੍ਹ ਬੈਠੇ ਆ, ਅਸੀਂ ਸਾਰੇ ਇੱਥੇ ਪੜ੍ਹੇ ਲਿਖੇ ਨੌਜਵਾਨ ਹੈਗੇ ਆ। ਤੇ ਇਸ ਕਰਕੇ ਤੁਹਾਨੂੰ ਸਾਰਿਆਂ ਨੂੰ ਮੈਂ ਇਹੀ ਗੱਲ ਦੱਸਣਾ ਚਾਹੁੰਦਾ ਹਾਂ ਕਿ ਰੱਜ ਕੇ ਗੱਜ ਕੇ ਵੱਜ ਕੇ
ਇਸ ਰੋਸ ਮੁਜ਼ਾਹਰੇ ਦੇ ਵਿੱਚ ਸ਼ਾਮਲ ਹੋਵੋ ਔਰ ਇਸ ਸਰਕਾਰ ਦੇ ਖਿਲਾਫ ਆਵਾਜ਼ ਚੱਕੋ ਤਾਂ ਕਿ ਇਸ ਬਿੱਲ ਨੂੰ ਮੁੜ ਕੇ ਤੋੜਿਆ ਜਾਵੇ ਔਰ ਪੰਜਾਬੀ ਭਾਸ਼ਾ ਨੂੰ ਜਿਹੜੀ ਆ ਆਫੀਸ਼ੀਅਲ ਲੈਂਗੁਏਜਸ ਦੇ ਵਿੱਚ ਸ਼ਾਮਲ ਕੀਤਾ ਜਾਵੇ। ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ ਜੀ ਫਤਿਹ। ਤਜਿੰਦਰ ਸਿੰਘ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ। ਬੜਾ ਅਫਸੋਸ ਹੁੰਦਾ ਕਿ ਅੰਗਰੇਜ਼ ਤੀਸਰਾ ਜਾਂ ਚੌਥਾ ਸਥਾਨ ਦਿੱਤਾ ਜਾਂਦਾ ਹੈ ਜਿਨ੍ਹਾਂ ਨੇ ਇਸ ਦੇਸ਼ ਦੇ ਉੱਪਰ 100 ਸਾਲ ਤੋਂ ਵੀ ਵੱਧ ਰਾਜ ਕੀਤਾ, ਉਹ ਲੁੱਟਿਆ ਘਸੁੱਟਿਆ। ਪਰ ਅੱਜ ਅਫਸੋਸ ਜਿਸ ਜਿਹੜੇ ਲੋਕ ਇਸ ਦੇਸ਼ ਦੀ ਆਜ਼ਾਦੀ ਵਿੱਚ 90% ਸ਼ਾਮਲ ਹੋਏ ਔਰ ਦੇਸ਼ ਨੂੰ ਆਜ਼ਾਦ ਕਰਵਾਇਆ, ਅੱਜ ਉਸ ਦੇਸ਼ ਦੇ ਵਿੱਚ ਹੀ ਪੰਜਾਬੀ ਨੂੰ ਅਣਦੇਖਾ ਕੀਤਾ ਜਾ ਰਿਹਾ। ਸੋ ਇਸ ਲੜੀ ਨੂੰ ਅੱਗੇ ਵਧਾਉਂਦੇ ਹੋਏ ਹੁਣ ਸਾਡੇ ਪਾਸ ਨਾਇਬ ਤਹਿਸੀਲਦਾਰ ਸ਼੍ਰੀ ਗਰੀਬਦਾਸ ਜੀ ਆਏ ਹਨ। ਉਹਨਾਂ ਪਾਸ ਵੀ ਬੇਨਤੀ ਕਿ ਸਿਰਫ 2 ਮਿੰਟਾਂ ਲਈ, ਕਿਉਂਕਿ ਬੁਲਾਰੇ ਬਹੁਤ ਜ਼ਿਆਦਾ ਨੇ, ਸਮਾਂ ਵੀ ਘੱਟ ਹੈ, ਸਿਰਫ 2 ਮਿੰਟਾਂ ਲਈ ਆਪ ਜੀ ਬਸ ਬੇਨਤੀ ਹੈ ਕਿ ਆਪ ਵੀ ਪੰਜਾਬੀ ਦੇ ਹੱਕ ਵਿੱਚ ਆਪਣਾ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਅੱਜ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਅੱਜ ਅਸੀਂ ਕਿਸ ਮਕਸਦ ਲਈ ਇੱਥੇ ਸਾਰੇ ਇਕੱਠੇ ਹੋਏ ਹਾਂ, ਜਿਹਦੇ 'ਚ ਮੱਖਣਪੁਰ ਗੁੱਜਰਾਂ ਪੰਚਾਇਤ ਦੇ ਲੋਕ, ਨਿਹਾਲਪੁਰ ਸਿੰਬਲ ਦੇ ਪੰਚਾਇਤ ਦੇ ਲੋਕ ਔਰ ਢਿੰਡੇ ਕਲਾਂ ਦੇ ਪੰਚਾਇਤ ਦੇ ਲੋਕ, ਸਾਰੇ ਬੁੱਧੀ ਨੌਜਵਾਨ ਸਾਥੀ। ਅੱਜ ਜਿਸ ਤਰ੍ਹਾਂ ਮੇਰੇ ਪਹਿਲੇ ਸਾਥੀ ਨੇ ਨੌਜਵਾਨ ਨੇ, ਅੱਜ ਦਾ ਜਿਹੜਾ ਏਜੰਡਾ, ਅੱਜ ਦੀ ਮੀਟਿੰਗ ਦਾ ਜਿਹੜਾ ਮਕਸਦ ਹੈ, ਉਸੇ ਬਾਰੇ 'ਚ ਬੜਾ ਬਰੀਫ ਨੇ ਬਿਆਨ ਕੀਤਾ। ਔਰ ਵਾਕਈ ਅੱਜ ਦਾ ਜਿਹੜਾ ਸਾਡਾ ਰੋਸ ਹੈ ਇਹ ਜਾਇਜ਼ ਹੈ, ਇਹ ਸਾਡਾ ਹੱਕ ਹੈ, ਫੰਡਾਮੈਂਟਲ ਰਾਈਟ ਹੈ, ਇਹ ਸਾਨੂੰ ਕਾਨੂੰਨ ਨੇ ਦਿੱਤਾ ਦਾ, ਕੌਨਸਟੀਟਿਊਸ਼ਨ ਨੇ ਦਿੱਤਾ ਦਾ। ਤੇ ਉਹ ਇਸ ਵਾਸਤੇ ਕਿ ਜਿਹੜਾ ਪਿਛਲੇ ਦਿਨੇ ਗਵਰਨਮੈਂਟ ਨੇ, ਜਿਸ ਤਰ੍ਹਾਂ ਮੇਰੇ ਸਾਥੀ ਨੇ ਦੱਸਿਆ ਕਿ ਕਿਉਂਕਿ ਉਹਨਾਂ ਦੇ ਕੋਲ ਮੈਜੋਰਟੀ ਹੈ, ਉਹ ਕੋਈ ਵੀ ਕਿਸੇ ਪੁੱਛੇ ਬਗੈਰ ਉਹ ਕੰਮ ਕਰ ਸਕਦੀ ਹੈ, ਉਹੀ ਉਹਨਾਂ ਨੇ ਕੰਮ ਕੀਤਾ ਕਿ ਪਿਛਲੇ ਦਿਨ ਜਿਹੜਾ ਆਫੀਸ਼ੀਅਲ ਲੈਂਗੁਏਜ ਦਾ ਐਕਟ ਜਿਹੜਾ 2020 ਉਹਨਾਂ ਨੇ ਪਾਸ ਕੀਤਾ, ਉਹਦੇ ਵਿੱਚ 5 ਜ਼ਬਾਨਾਂ ਜਿਹੜੀਆਂ ਉਹਨਾਂ ਨੇ ਆਫੀਸ਼ੀਅਲ ਲੈਂਗੁਏਜ ਸਾਡੇ ਯੂਨੀਅਨ ਟੈਰੀਟਰੀ ਜੰਮੂ ਕਸ਼ਮੀਰ ਨੂੰ ਦਿੱਤੀ। ਲੇਕਿਨ ਉਹਦੇ 'ਚ ਜਿਹੜੀ ਮੇਨ ਸਾਡੀ ਭਾਸ਼ਾ ਹੈ, ਜਿਹੜੀ ਪੰਜਾਬੀ ਭਾਸ਼ਾ, ਜਿਹੜੀ ਸ਼ੁਰੂ ਤੋਂ ਚੱਲਦੀ ਆਈ ਹੈ, ਉਹਨੂੰ ਇਗਨੋਰ ਕਰਤਾ, ਜਿਹੜਾ ਕਿ ਬਹੁਤ ਜ਼ਬਰਦਸਤ ਬੇਇਨਸਾਫੀ ਕੀਤੀ। ਉਹ ਸਾਡੇ ਜਿਹੜੇ ਖਿਆਲਾਤ ਨੇ ਉਹਨਾਂ ਨੂੰ ਮਜ਼ਰੂ ਕੀਤਾ। ਉਹ ਸਾਨੂੰ ਬਹੁਤ ਜ਼ਬਰਦਸਤ ਇਸ ਚੀਜ਼ ਦੀ ਠੇਸ ਪੁੱਜੀ। ਈਵਨ ਕਿ ਮੈਂ ਦੱਸਾਂ ਕਿ ਜਿਸ ਤਰ੍ਹਾਂ ਛੋਟੇ ਹੁੰਦੇ ਸੀ, ਪੜ੍ਹਦੇ ਸੀ, ਕਿ ਉਸੇ ਵੀ ਸਾਡੀ ਜਿਹੜੀ ਸਕੂਲ 'ਚ ਜਿਹੜੀ ਇੱਕ ਸਬਜੈਕਟ ਹੁੰਦਾ ਸੀ, ਪੰਜਾਬੀ ਸਬਜੈਕਟ, ਉਹ ਪੜ੍ਹਾਇਆ ਜਾਂਦਾ ਸੀ, ਜਿਹਦੇ 'ਚ ਸਾਡੇ ਸਿੰਬਲ ਕੈਂਪ ਮੈਂ ਅਸੀਂ ਪੜ੍ਹਦੇ ਸੀ। ਅਤੇ ਉਹਦੇ 'ਚ ਮਿਸਟਰ ਸਰਦਾਰ ਜੀ ਜਾਚਕ ਹੁੰਦੇ ਹਨ, ਤੁਸੀਂ ਸਾਰੇ ਜਾਣਦੇ ਹੋ ਉਹਦਾ ਪੂਰਾ ਨਾਮ, ਤੁਸੀਂ ਮੈਨੂੰ ਨਹੀਂ ਜਾਣ। ਉਹ ਪੰਜਾਬੀ ਦੇ ਟੀਚਰ ਹਨ। ਉਹ ਅਲੱਗ ਇੱਕ ਸਬਜੈਕਟ ਹੁੰਦਾ ਹੈ, ਜਿਸ ਤਰ੍ਹਾਂ ਹਿੰਦੀ ਹੈ, ਉਰਦੂ ਹੈ, ਪੰਜਾਬੀ ਹੈ, ਇਸ ਤਰ੍ਹਾਂ ਸਾਰੇ ਪੰਜਾਬੀ ਵੀ ਸਾਡਾ ਸਬਜੈਕਟ ਹੁੰਦਾ ਸੀ। ਔਰ ਇਹਨਾਂ ਨੇ ਜ਼ਬਰਦਸਤ ਜਿਹੜਾ ਸਾਡੇ ਨਾਲ ਬੇਇਨਸਾਫੀ ਕੀਤੀ, ਡਿਸਕ੍ਰਿਮੀਨੇਸ਼ਨ ਕੀਤੀ, ਭੇਦਭਾਵ ਕੀਤਾ, ਜਿਹੜਾ ਉਹ ਬਰਦਾਸ਼ਤ ਨਹੀਂ ਕੀਤਾ ਜਾਏਗਾ। ਦੇਖੋ ਸਾਡੇ ਪ੍ਰਾਈਮ ਮਿਨਿਸਟਰ, ਆਨਰੇਬਲ ਪ੍ਰਾਈਮ ਮਿਨਿਸਟਰ ਨਰਿੰਦਰ ਹਰ ਰੋਜ਼ सबका साथ सबका विकास, तो उसका मतलब क्या है, ग्राउंड लैवल ते उसका कोई मकसद नहीं निकलता, कोई उसनों देखते नहीं कि सबका विकास क्या है। असी समाज का हिस्सा नहीं, जो पंजाबी लोग बोलने वाले ने, ਜਿਹੜੇ सारे पवित्र ਜਿਹੜੇ ग्रंथ हैं वो भी पंजाबी च लिखे गए हैं, क्या उन्होंने मानता नहीं? क्यों उन्होंने ऐसा इग्नोर किया? ईवन के साढ़े जम्मू प्रोविंस के अंदर मैं क्या 75% लोग ਜਿਹੜੇ ਨੇ ਉਹ ਪੰਜਾਬੀ ਬੋਲਦੇ हैं। किसी भी बाजार च डिस्ट्रिक्ट कठुआ चले जाओ, रियासी चले जाओ, उधमपुर चले जाओ, ਜਾਂ ਹੋਰ ਕਿਸੇ डिस्ट्रिक्ट भी चले जाओ, ਉਹਦੇ 'ਚ भी ਇਹ ਪੰਜਾਬੀ भाषा ਜਿਹੜੀ ਜ਼ਿਆਦਾ ਬੋਲਦੇ। कोई भी दुकानदार ਤੇ चले जाओ, कोई भाषा हिंदी ਤੁਹਾਡੇ ਨਾਲ ਗੱਲ नहीं करेगा, हमेशा पंजाबी 'ਚ ਗੱਲ करेगा। तो इस वास्ते कि इन्होंने जो ठीक है कि जिन्होंने 5 लैंगुएज इन्होंने ऑफिशियल डिक्लेयर की, सानू उहदे नाल कोई इतराज़ नहीं, लेकिन जो साडा हक है, जिहदा साडा हक क्यों नहीं दिता गया? सबका साथ सबका एक नारा इन्होंने होर नाल इहदे जोड़े दा, तो सबका साथ सबका विकास और सबका विश्वास। ये विश्वास जिहड़ा साडी कम्यूनिटी पर जां मिनारिटी कम्यूनिटी नूं क्यों इग्नोर किया गया? क्यों साडा जिहड़ा हक है जिहड़ा वो नहीं दिता गया? साडी इहो ही अज दी डिमांड है कि
ਜਿਸ ਤਰ੍ਹਾਂ ਬਾਕੀ 5 ਲੈਂਗੁਏਜ ਨੂੰ ਸਾਡੀ J&K ਯੂਨੀਅਨ ਟੈਰੀਟਰੀ ਨੂੰ ਅਫੀਸ਼ੀਅਲ ਲੈਂਗੁਏਜ ਡਿਕਲੇਅਰ ਕੀਤਾ ਗਿਆ, ਇਸ ਤਰ੍ਹਾਂ ਪੰਜਾਬੀ ਭਾਸ਼ਾ ਜਿਹੜੀ ਹੈ ਜਿਹੜਾ ਹਰ ਘਰ 'ਚ ਬੋਲੀ ਜਾਂਦੀ ਹੈ, ਹਰ ਇਲਾਕੇ 'ਚ ਬੋਲੀ ਜਾਂਦੀ ਹੈ, ਉਸ ਨੂੰ ਵੀ ਪੰਜਾਬੀ ਭਾਸ਼ਾ ਨੂੰ ਵੀ ਇਹ ਅਫੀਸ਼ੀਅਲ ਲੈਂਗੁਏਜ ਜਿਹੜਾ ਡਿਕਲੇਅਰ ਕੀਤਾ ਜਾਏ। ਅਗਰ ਕਿਉਂਕਿ ਸਾਡਾ ਹੱਕ ਹੈ, ਅਗਰ ਐਸਾ ਨਹੀਂ ਕਰਦੀ ਗੌਰਮੈਂਟ, ਜਿਸ ਤਰ੍ਹਾਂ ਅੱਜ ਸਾਰੇ ਅਸੀਂ ਹਰ ਜਗ੍ਹਾ ਤੁਸੀਂ ਦਿਖਦੇ ਹੋ, ਪੜ੍ਹਦੇ ਹਾਂ, ਸੁਣਦੇ ਵੀ ਹਾਂ ਕਿ ਹਰ ਜਗ੍ਹਾ ਜਿਹੜੇ ਅਸੀਂ ਲੋਕ ਸਾਰੇ ਇਕੱਠੇ ਹੋ ਗਏ। ਮੁਜ਼ਾਹਰਾ ਪਿਛਲੇ ਦਿਨ ਸਿੰਬਲ ਕੈਂਪ 'ਚ ਵੀ ਕੀਤਾ ਗਿਆ, ਜੰਮੂ ਤਾਂ ਅਸੀਂ ਵੀ ਇਸ ਏਜੰਡੇ ਨੂੰ ਲੈ ਕੇ ਅੱਗੇ ਚੱਲਣਾ ਤੇ ਇਹਨਾਂ ਲੋਕਾਂ ਨੂੰ ਜਿਹੜਾ ਸਾਡੇ ਲੋਕਾਂ ਨਾਲ ਬੇਇਨਸਾਫੀ ਕਰਾ ਦੇਣ, ਡਿਸਕ੍ਰਿਮੀਨੇਸ਼ਨ ਕਰਾ, ਬੇਇਨਸਾਫੀ ਹੱਕ ਜਿਹੜਾ ਛੀਨਣ ਦੀ ਕੋਸ਼ਿਸ਼ ਕਰਾ ਦੇਣ, ਜਿਹੜੇ ਇਹਦਾ ਅਸੀਂ ਡਟ ਕੇ ਜਿਹੜਾ ਉਹ ਮੁਕਾਬਲਾ ਕਰਨਾ, ਜਦੋਂ ਜਦ ਕਰਨੀ ਹੈ। ਜਦੋਂ ਅੱਜ ਇੱਥੇ ਮੁਜ਼ਾਹਰਾ ਕੀਤਾ ਅਸੀਂ ਛੱਡ ਦਿੱਤਾ, ਇਸ ਨੂੰ ਇਹ ਪ੍ਰੇਰਨਾ ਲਾ ਕੇ ਚੱਲਣਾ ਹੈ ਕਿ ਅਸੀਂ ਸਾਰੇ ਇਕੱਠੇ ਹਾਂ। ਉਹ ਸਾਡਾ ਮਕਸਦ ਸਾਰਿਆਂ ਦਾ ਇੱਕੋ ਹੀ ਹੈ ਕਿ ਜਿਹੜਾ ਵੀ ਇਹਨਾਂ ਸਾਡੇ ਨਾਲ ਬੇਇਨਸਾਫੀ ਕੀਤੀ ਹੈ, ਉਹ ਪ੍ਰਾਈਮ ਮਿਨਿਸਟਰ ਸਾਹਿਬ ਨੂੰ ਵੀ ਤੇ ਮੀਡੀਆ ਦੇ ਦੁਆਰਾ ਅਸੀਂ ਰਿਕੁਐਸਟ ਕਰਨਾ ਚਾਹੁੰਦੇ ਹਾਂ ਕਿ ਸੈਂਟਰ ਗੌਰਮੈਂਟ ਕੀ ਕਿ ਕਮ ਅਜ਼ ਕਮ ਆਪਣਾ ਜਿਹੜਾ ਤੁਹਾਡਾ ਵਾਅਦਾ ਹੈ ਕਿ सबका साथ सबका विकास और सबका विश्वास ਉਹਦੇ ਤੇ ਪੂਰਾ ਉਤਰੋ ਔਰ ਉਹਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰੋ। ਉਹ ਜਿਹੜਾ ਤੁਸੀਂ ਐਕਟ ਪਾਸ ਕੀਤਾ ਇਸ ਨੂੰ ਵਾਪਸ ਲਾਓ ਔਰ ਜਿਹੜਾ ਪੰਜਾਬੀ ਭਾਸ਼ਾ ਜਿਹੜੀ ਹੈ ਉਹਨੂੰ ਵੀ J&K ਯੂਨੀਅਨ ਟੈਰੀਟਰੀ 'ਚ ਸ਼ਾਮਲ, ਜਿਹੜਾ ਸਾਡਾ ਇਹ ਪ੍ਰੋਟੈਸਟ ਜਿਹੜਾ ਰੁਕੇਗਾ। ਅਦਰਵਾਈਜ਼ ਜਿੰਨ ਤੱਕ ਤੁਸੀਂ ਡਿਕਲੇਅਰ ਨਹੀਂ ਕਰਦੇ, ਇਹ ਜਿਹੜਾ ਸਾਡਾ ਜਿਹੜਾ ਪ੍ਰੋਟੈਸਟ ਹੈ ਹੋਰ ਜ਼ਿਆਦਾ ਸਾਨੂੰ ਮਜਬੂਰ ਮਤ ਕਰੋ ਕਿ ਅਸੀਂ ਇਹਨੂੰ ਹੋਰ ਹੀ ਜ਼ਿਆਦਾ ਬੜੇ ਸ਼ਕਲ ਦੇ ਕੇ ਤੁਹਾਡੇ ਕੋਲ ਇਹ ਆਪਣਾ ਹੱਕ ਮੰਗਿਆ ਜਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਬੇਨਤੀ ਹੈ ਸਰਦਾਰ ਮਨਜੀਤ ਸਿੰਘ ਜੀ, ਰਾਜਾ ਵੀਰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਸਾਰੇ ਜੰਮੂ ਵਿਖੇ ਸਿੰਬਲ ਮੋੜ ਵਿਖੇ ਪੰਜਾਬੀ ਜੋ ਕਿ ਆਫੀਸ਼ੀਅਲ ਲੈਂਗੁਏਜ ਸੈਂਟਰ ਗੌਰਮੈਂਟ ਵੱਲੋਂ ਨਾਮਜ਼ਦ ਕੀਤੀ ਗਈ ਹੈ, ਮੁਜ਼ਾਹਰੇ ਵਿੱਚ ਅਸੀਂ ਸਾਰੇ ਇੱਥੇ ਇਕੱਠੇ ਹੋਏ ਹਾਂ। ਗੱਲ ਕਰੀਏ ਫਾਰਮ ਦੀ, ਅਗਰ ਸਿੱਖ ਕੋਈ ਉੱਥੇ ਬਾਹਰ ਸ਼ਹੀਦੀ ਪਾ ਦੇ ਤੇ ਉਹਦੇ ਨਾਮ ਦੀ ਡਾਕ ਟਿਕਟਾਂ ਤੱਕ ਜਾਰੀ ਹੋ ਜਾਂਦੀਆਂ ਹਨ। ਬਲ ਗੱਲ ਕਰੀਏ J&K ਦੀ, ਜਿੱਥੇ ਅਰਥਕੁਏਕ ਵਰਗੇ ਡਿਜ਼ਾਸਟਰ ਹੋਏ ਹਨ, ਸੈਲਾਬ ਆਏ ਹਨ, ਕਰੋਨਾ ਵਰਗੀ ਭਿਆਨਕ ਬਿਮਾਰੀ ਵਿੱਚ ਸਿੱਖ ਸਭ ਤੋਂ ਅੱਗੇ ਲੰਗਰ ਤੇ ਲੈ ਕੇ ਪੁੱਜੇ ਹਨ। ਲੇਕਿਨ ਉਸ ਤੋਂ ਬਾਅਦ ਵੀ ਸਿੱਖਾਂ ਨਾਲ ਇੱਕ ਬਹੁਤ ਵੱਡਾ ਸੈਂਟਰ ਕਮੇਟੀ ਵੱਲੋਂ ਜੋ ਗਵਰਨਮੈਂਟ ਹੈ ਉਹਦੇ ਵੱਲੋਂ ਧੱਕਾ ਕੀਤਾ ਗਿਆ ਹੈ। ਅਸੀਂ ਸਾਰੇ ਉਸ ਦੇ ਖਿਲਾਫ ਪ੍ਰੋਟੈਸਟ ਕਰਦੇ ਹਾਂ। ਅਸੀਂ ਗਵਰਨਰ ਅੱਗੇ ਡੈਪੂਟੇਸ਼ਨ ਲੈ ਕੇ ਜਾਵਾਂਗੇ ਕਿ ਜੋ ਪੰਜਾਬੀ ਲੈਂਗੁਏਜ ਹੈ ਜਿਹਨੂੰ ਆਫੀਸ਼ੀਅਲ ਦਰਜਾ ਨਹੀਂ ਦਿੱਤਾ ਗਿਆ ਉਹਦੇ ਉੱਪਰ ਪੁਨਰ ਵਿਚਾਰ ਕੀਤਾ ਜਾਵੇ ਤੇ ਨਾਲ ਹੀ ਸੋਚ ਸਮਝ ਕੇ ਜੰਮੂ ਵਿਖੇ ਵਾਪਿਸ ਲਾਗੂ ਕੀਤਾ ਜਾਵੇ। ਇਹ ਇਕੱਲੇ ਸਿੱਖਾਂ ਦੀ ਜੋ ਭਾਸ਼ਾ ਨਹੀਂ ਹੈ, ਇਹਦੇ ਵਿੱਚ ਹਿੰਦੂ, ਮੁਸਲਿਮ, ਕ੍ਰਿਸਚਨ ਸਾਰੇ ਹੀ ਇਹ ਪੰਜਾਬੀ ਬੋਲਦੇ ਹਨ ਤੇ ਸਮਝਦੇ ਹਨ। ਸਾਡੀ ਇਹੀ ਮੰਗ ਹੈ ਕਿ ਪੰਜਾਬੀ ਨੂੰ ਵਾਪਿਸ ਇਹਨੂੰ ਆਫੀਸ਼ੀਅਲ ਲੈਂਗੁਏਜ ਕਰਾਰ ਦਿੱਤਾ ਜਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਉਹ ਵੀ ਸਾਡੇ ਪਾਸ ਪਹੁੰਚਣ, ਉਹ ਵੀ ਆ ਜਾਣ ਜੀ। ਸਾਰੇ ਬਜ਼ੁਰਗ ਬੱਚੇ ਵੀ ਇੱਥੇ ਆਏ ਨੇ। ਬੜੇ ਅਫਸੋਸ ਦੀ ਗੱਲ ਹੈ, ਜਿਸ ਦੇਸ਼ ਨੂੰ ਆਜ਼ਾਦ ਕਰਾਉਣ ਦੇ ਵਾਸਤੇ इतनी बड़ी जंग 98% ਪੰਜਾਬੀਆਂ ਦਾ ਯੋਗਦਾਨ ਹੋਵੇ, ਸ਼ਹੀਦੀਆਂ ਹੋਵਣ, ਉਹਨਾਂ ਪੰਜਾਬੀਆਂ ਨੂੰ, ਉਹਨਾਂ ਪੰਜਾਬੀਆਂ ਦੀ ਭਾਸ਼ਾ ਨੂੰ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹ ਸਭ ਤੋਂ ਪਹਿਲਾਂ ਬੜੇ ਦੁੱਖ ਦੀ ਗੱਲ ਹੈ। ਹਿੰਦੁਸਤਾਨ ਦੇ ਵਿੱਚ 4-5 ਸਟੇਟਾਂ ਐਸੀਆਂ ਨੇ ਜਿਨ੍ਹਾਂ ਦੇ ਵਿੱਚ ਪੰਜਾਬੀ ਬੋਲਣ ਵਾਲੇ, ਪੰਜਾਬੀ ਸਮਝਣ ਵਾਲੇ, ਪੰਜਾਬੀ ਲਿਖਣ ਵਾਲੇ 70% ਤੋਂ ਵੀ ਉੱਪਰ ਲੋਕੀ ਨੇ। ਸਾਡੇ ਜੰਮੂ ਕਸ਼ਮੀਰ ਦੇ ਵਿੱਚ ਤੁਸੀਂ ਤਹਿਸੀਲ ਆਰਸਪੁਰਾ ਬਾਰਡਰ ਤੋਂ ਲੈ ਕੇ ਕਸ਼ਮੀਰ ਦੇ
ਉੜੀ ਸੈਕਟਰ ਤੱਕ ਤੁਸੀਂ ਚਲੇ ਜਾਓ, ਲਾਸਟ ਬਾਰਡਰ ਉੜੀ, ਉੱਥੇ ਵੀ ਪੰਜਾਬੀ ਤੁਹਾਨੂੰ ਬੋਲਦੇ, ਉੱਥੇ ਦੇ ਲੋਕ, ਉੱਥੇ ਦੇ ਵਸਨੀਕ ਪੰਜਾਬੀ ਭਾਸ਼ਾ ਬੋਲਣਗੇ ਅਤੇ ਪੰਜਾਬੀ ਹੀ ਸਮਝਦੇ ਨੇ। ਅੱਜ ਤੋਂ 40-50 ਸਾਲ ਤੋਂ ਪਹਿਲਾਂ ਜਦੋਂ ਸਾਡਾ ਦੇਸ਼ ਆਜ਼ਾਦ ਹੋਇਆ, 70 ਸਾਲ ਹੋ ਗਏ, ਸਕੂਲਾਂ ਦੇ ਵਿੱਚ ਸਾਡੇ ਪੰਜਾਬੀ ਟੀਚਰ, ਸਾਡੀ ਪੰਜਾਬੀ ਭਾਸ਼ਾ, ਸਾਡੇ ਪੰਜਾਬੀ ਦੇ ਐਗਜ਼ਾਮ ਹੁੰਦੇ ਸੀ। ਅੱਜ ਸਾਡੇ ਕੋਲੋਂ ਇਸ ਪੰਜਾਬੀ ਨੂੰ ਖਸਿਆ। ਇਹ ਕੋਈ ਕੇਵਲ ਸਿੱਖਾਂ ਦੀ ਭਾਸ਼ਾ ਨਹੀਂ, ਇਹਦੇ ਵਿੱਚ ਸਾਡੇ ਇਸ ਇਲਾਕੇ ਦੇ ਸਾਰੇ ਧਰਮਾਂ ਦੇ ਲੋਕ ਜੋ ਪੰਜਾਬੀ ਜਾਣਦੇ ਨੇ, ਪੰਜਾਬੀ ਪੜ੍ਹਦੇ ਨੇ, ਪੰਜਾਬੀ ਸਮਝਦੇ ਨੇ, ਉਹ ਲੋਕੀ ਦੁੱਖ ਪ੍ਰਗਟ ਕਰਦੇ ਨੇ। ਅੱਜ ਦੁਨੀਆ ਦੇ ਵਿੱਚ, ਵਰਲਡ ਦੇ ਵਿੱਚ ਸਭ ਤੋਂ ਵੱਡੀ ਲਾਇਬ੍ਰੇਰੀ ਦੇ ਵਿੱਚ ਦੁਨੀਆ ਦੀ ਪੰਜਾਬੀ ਦੇ ਵਿੱਚ ਲਿਖੇ ਗਏ ਨੇ, ਉਹਨਾਂ ਨੂੰ ਪਹਿਲੇ ਨੰਬਰ ਤੇ ਤਰਜੀਹ ਦਿੱਤੀ ਗਈ ਹੈ। ਔਰ ਅੱਜ ਸਾਡੀ ਪੰਜਾਬੀ ਦੇ ਨਾਲ ਤੁਸੀਂ ਇੱਥੇ ਧੱਕਾ ਕਰ ਰਹੇ ਹੋ। ਅਸੀਂ ਇੱਕ ਵਾਰ ਸਰਕਾਰ ਨੂੰ, ਪੂਰੀ ਸਮੂਹ ਲੋਕਾਂ ਦੀ ਤਰਫੋਂ ਜੋ ਪੰਜਾਬੀ ਬੋਲਦੇ ਨੇ, ਪੰਜਾਬੀ ਸਮਝਦੇ ਨੇ, ਦੋਏ ਹੱਥ ਜੋੜ ਕੇ ਬੇਨਤੀ ਕਰਾਂਗੇ ਕਿ ਇਸ ਪੰਜਾਬੀ ਨੂੰ ਤੁਸੀਂ ਵਾਪਸ ਆਫੀਸ਼ੀਅਲ ਭਾਸ਼ਾ ਦੇ ਵਿੱਚ ਸ਼ਾਮਲ ਕਰਕੇ ਇਹਨਾਂ ਸਿੱਖਾਂ ਦੇ ਨਾਲ, ਪੰਜਾਬੀ ਬੋਲਦੇ ਲੋਕਾਂ ਦੇ ਨਾਲ ਇਹ ਜੋ ਧੱਕਾ ਹੋਇਆ ਉਸ ਨੂੰ ਦੁਬਾਰਾ ਰੀਡਰੈਸ ਕੀਤਾ ਜਾਏ। ਇਹ ਸਾਡੀ ਬੇਨਤੀ ਹੈ। ਮੈਂ ਆਸ ਕਰਦਾ ਅਗਰ ਇਹ ਵਾਲੀ ਗੱਲ ਸਾਡੀ, ਇਹ ਜੋ ਮੂਵਮੈਂਟ ਅਸੀਂ ਹੁਣ ਚਲਾ ਰਹੇ ਹਾਂ, ਇਹ ਇੱਕ ਜਗ੍ਹਾ ਨਹੀਂ, ਇਹ ਜੰਮੂ ਕਸ਼ਮੀਰ ਦੇ ਹਰ ਕੋਨੇ ਦੇ ਵਿੱਚ ਇਹ ਆਵਾਜ਼ ਉੱਠੇਗੀ। ਔਰ ਉਸ ਤੋਂ ਬਾਅਦ ਇੱਕ ਦਿਨ ਡਿਸਾਈਡ ਕੀਤਾ ਜਾਏਗਾ ਕਿ ਇਸ ਨੂੰ ਅਮਲੀ ਜਾਮਾ ਬਣਾ ਕੇ ਇਸ ਜੋ ਛੋਟੀਆਂ ਸਾਡੀਆਂ ਰੈਲੀਆਂ ਨੇ ਇਹਨੂੰ ਇੱਕ ਵੱਡੇ ਪੱਧਰ ਤੇ ਲਿਆਂਦਾ ਜਾਏ, ਜਿਹਦੇ ਵਿੱਚ ਸਰਕਾਰ ਨੂੰ ਮਜਬੂਰ ਹੋਣਾ ਪਏਗਾ ਔਰ ਇਸ ਨੂੰ ਇਹ ਬੋਲੀ ਵਾਪਸ ਅਫੀਸ਼ੀਅਲ ਭਾਸ਼ਾ ਦੇ ਵਿੱਚ ਸ਼ਾਮਲ ਕਰਨੀ ਪਏਗੀ। ਔਰ ਉਹ ਵਾਲੀ ਨੌਬਤ ਨਾ ਆਣ ਦਿਓ। ਉਸ ਤੋਂ ਪਹਿਲੇ ਪਿਆਰ ਦੇ ਨਾਲ ਸਾਡੀ ਰਿਕੁਐਸਟ ਸੁਣ ਕੇ ਇਸ ਪੰਜਾਬੀ ਬੋਲੀ ਨੂੰ ਵਾਪਸ ਸ਼ਾਮਲ ਕੀਤਾ ਜਾਏ। ਇਹ ਮੇਰੀ ਬੇਨਤੀ ਹੈ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੇਨਤੀ ਹੈ ਜੀ ਸਰਦਾਰ ਹਰਨਾਮ परम सत्कारयोग साथियों, आज ਅਸੀਂ ਸਾਰੇ ਇਸ ਲਈ ਇਕੱਠੇ ਹੋਏ ਹਾਂ ਕਿ ਪਹਿਲੇ ਸਟੇਟ ਦੇ ਵਿੱਚ ਆਫੀਸ਼ੀਅਲ ਲੈਂਗੁਏਜ ਦੋ ਸਨ, ਉਰਦੂ ਤੇ ਇੰਗਲਿਸ਼। ਹੁਣ ਸਰਕਾਰ ਨੇ ਆਫੀਸ਼ੀਅਲ ਲੈਂਗੁਏਜ ਜਿਹੜੀਆਂ ਨੇ ਉਹ 5 ਕਰ ਦਿੱਤੀਆਂ, ਲੇਕਿਨ ਜਿਹੜੀ ਅਸਲੀ ਲੈਂਗੁਏਜ ਮਾਤਰ ਭਾਸ਼ਾ, ਜਿਹੜੀ ਆਮ ਲੋਕ ਦੀ ਮਾਤਰ ਭਾਸ਼ਾ ਸੀ, ਉਸ ਨੂੰ ਐਕਸਕਲੂਡ ਕਰ ਦਿੱਤਾ, ਛੱਡ ਦਿੱਤਾ। ਇਹ ਬੜੇ ਦੁੱਖ ਦੀ ਗੱਲ ਹੈ ਕਿ ਬਾਰ-ਬਾਰ ਸਾਨੂੰ ਇਹਨਾਂ ਮਸਲਿਆਂ ਦੇ ਲਈ ਪੈਂਦਾ। ਇਸ ਵਿੱਚ ਕੁਝ ਸਾਡੀਆਂ ਆਪਣੀਆਂ ਕਮਜ਼ੋਰੀਆਂ ਵੀ ਹਨ ਔਰ ਲੀਡਰਸ਼ਿਪ ਦੀਆਂ ਕਮਜ਼ੋਰੀਆਂ ਵੀ ਹਨ। ਇਹ ਜਿਹੜਾ ਨੋਟੀਫਿਕੇਸ਼ਨ ਨਿਕਲਿਆ ਕੋਈ ਇੱਕ ਦਿਨ ਵਿੱਚ ਨਹੀਂ ਨਿਕਲ ਗਿਆ। ਇੱਥੇ ਦੀ ਸਟੇਟ ਦੀ ਸਰਕਾਰ ਨੇ ਫਿਰ ਇੱਥੇ ਜਾ ਕੇ ਮਨਜ਼ੂਰੀ ਹੋਏਗੀ, ਫਿਰ ਇਸ ਨੂੰ ਸਰਕੂਲੇਟ ਕੀਤਾ ਗਿਆ। ਤੇ ਇਸ ਦੌਰਾਨ ਦੇ ਵਿੱਚ ਜਿਹੜੀ ਸਾਡੀ ਲੀਡਰਸ਼ਿਪ ਸੀ ਉਹ ਕੋਈ ਸੁੱਤੀ ਦੀ ਨਹੀਂ ਸੀ ਕਿ ਇਹ ਸਰਕੂਲੇਟ ਹੋਏਗਾ ਤਾਂ ਫਿਰ ਬਾਅਦ ਹੀ ਅਸੀਂ ਬੋਲ, ਕਿਉਂਕਿ ਐਸਾ ਹੁੰਦਾ ਐਸਾ ਹੀ ਹੈ ਕਿ ਤੁਸੀਂ ਦੇਖੋ ਇਹ ਟਰਾਂਸਫਾਰਮਰ ਥੋੜਾ ਜਿਹਾ ਸ਼ਾਰਟ ਕਾ ਹੋਇਆ ਨਾ, ਤੇ ਜੇ ਤੁਸੀਂ ਕਹਿ ਦੋ ਇੰਜੀਨੀਅਰ ਨੂੰ ਭਾਈ ਟਰਾਂਸਫਾਰਮਰ ਸੜ ਲਗਾ ਤਾਂ ਕਹਿੰਦਾ ਕੋਈ ਗੱਲ ਨਹੀਂ, ਧਮਾਕਾ ਆਉਣ ਦਿਓ ਤੇ ਫਿਰ ਮੈਂ ਠੀਕ ਕਰਾਂਗਾ। ਇਸ ਤਰ੍ਹਾਂ ਸਾਡੀ ਲੀਡਰਸ਼ਿਪ ਹੈ। ਇਹ ਵੀ ਇਤਨੇ ਕਮਜ਼ੋਰ ਹਨ ਕਿ ਉੱਥੇ ਜਾ ਕੇ ਲੋਕ ਸਭਾ 'ਚ ਸਾਡਾ ਜਿਹੜੇ MP ਸਾਹਿਬ ਹਨ ਉਹ ਵੀ ਆਵਾਜ਼ ਨਹੀਂ ਉਠਾ ਸਕੇ ਕਿ ਪੰਜਾਬੀ ਲੈਂਗੁਏਜ ਜਿਹੜੀ ਹੈ ਜੰਮੂ ਕਸ਼ਮੀਰ ਦੀ ਪਬਲਿਕ ਦੀ ਆਵਾਜ਼ ਹੈ ਤੇ ਇਸ ਨੂੰ ਲਾਗੂ ਕੀਤਾ ਜਾਏ। ਲੇਕਿਨ ਬਦਕਿਸਮਤੀ ਹੈ ਕਿ ਇੱਕ ਅਸੀਂ ਆਪ ਇਕੱਠੇ ਨਹੀਂ ਹਾਂ, ਦੂਸਰੀ ਜਿਹੜੀ ਸਾਡੀ ਲੀਡਰਸ਼ਿਪ ਹੈ ਉਹ ਇੱਥੋਂ ਦੀ ਜਿਹੜੀ ਪਾਪੂਲੇਸ਼ਨ ਹੈ, ਪੰਜਾਬੀ ਬੋਲਣ ਵਾਲੀ ਪਾਪੂਲੇਸ਼ਨ ਦਾ ਧਿਆਨ ਨਹੀਂ ਰੱਖਦੀ। ਇਸ ਲਈ ਸਾਡੀ ਗੁਜ਼ਾਰਿਸ਼ ਹੈ ਸਟੇਟ ਗੌਰਮੈਂਟ ਨੂੰ ਅਤੇ ਸੈਂਟਰਲ ਗੌਰਮੈਂਟ ਨੂੰ
ਕਿ ਪੰਜਾਬੀ ਨੂੰ ਆਫੀਸ਼ੀਅਲ ਲੈਂਗੁਏਜ ਦੇ ਵਿੱਚ ਇਨਕਲੂਡ ਕੀਤਾ ਜਾਏ ਤਾਂ ਕਿ ਸਾਡਾ ਵੀ ਜੰਮੂ ਕਸ਼ਮੀਰ ਦੇ ਜਿਹੜੇ ਸਿੱਖ ਸੁਸਾਇਟੀ ਹੈ, ਸਿੱਖ ਸੰਗਤ ਹੈ, ਸਿੱਖਾਂ ਦਾ ਜਿਹੜਾ ਮਾਣ ਵਧੇ। ਕਿਉਂਕਿ ਬਾਕੀ ਲੈਂਗੁਏਜ ਤੇ ਲੋਕਾਂ ਨੂੰ ਆਉਂਦੀਆਂ ਹਨ, ਪੰਜਾਬੀ ਵੀ ਆਉਂਦੀ ਹੈ, ਤੇ ਜੇ ਕਿਤੇ ਦਰਖਾਸਤ ਲਿਖਣੀ ਪੈ ਜਾਏ ਪੰਜਾਬੀ ਪੜ੍ਹੇ ਬੰਦੇ ਨੂੰ ਤਾਂ ਉਹ ਮੁਹਤਾਜ ਹੋ ਜਾਏਗਾ। ਇਸ ਲਈ ਪੰਜਾਬੀ ਲੈਂਗੁਏਜ ਵੀ ਜਿਹੜੀ ਹੈ ਉਹ ਜਿਹੜੀ ਸਟੇਟ ਦੀਆਂ ਭਾਸ਼ਾਵਾਂ ਜਾਂ ਆਫੀਸ਼ੀਅਲ ਭਾਸ਼ਾਵਾਂ ਦੇ ਵਿੱਚ ਇਨਕਲੂਡ ਕੀਤੀ ਜਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਬੇਨਤੀ ਹੋ ਰਿਹਾ ਕਿ 10-15 ਮਿੰਟ ਅਸੀਂ ਇੱਥੇ ਸਪੀਚ ਕਰਨੀ ਹੈ, ਉਸ ਤੋਂ ਬਾਅਦ ਇੱਕ ਲਿੰਕ ਰੋਡ ਤੱਕ ਅਸੀਂ ਇੱਕ ਪ੍ਰੋਟੈਸਟ ਕਰਨ। ਆਪ ਜੀ ਸਾਰਿਆਂ ਪਾਸ ਬੇਨਤੀ ਹੈ ਕਿ ਆਪ ਜੀ ਨੇ ਉੱਥੇ ਵੀ ਸਾਡੇ ਨਾਲ ਸਾਥ ਦੇਣਾ ਹੈ। ਸੋ ਹੁਣ ਅਸੀਂ ਪੈਂਚ ਉਹਨਾਂ ਪਾਸ ਬੇਨਤੀ ਬੁਲਾਰਿਆਂ ਪਾਸ ਬੇਨਤੀ ਕਿ 2-2 3-3 ਮਿੰਟ ਦਾ ਟਾਈਮ ਹੀ ਰੱਖਣ ਤਾਂ ਕਿ ਅਸੀਂ ਅੱਗੇ ਵੀ ਚੱਲਣਾ ਹੈਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਜੋ ਪ੍ਰੋਗਰਾਮ ਆਪ ਜੀ ਸਾਰੇ ਹੀ ਜਾਣਦੇ ਹੋ ਕਿ ਸੈਂਟਰ ਗੌਰਮੈਂਟ ਨੇ ਸਿੱਖਾਂ ਦੇ ਨਾਲ ਵਕਤ ਨਾ ਵਕਤ ਸਰਕਾਰ, ਚਾਹੇ ਇਹ ਸਰਕਾਰ ਹੋਏ ਚਾਹੇ ਇਸ ਤੋਂ ਪਹਿਲੇ ਸਰਕਾਰ ਹੋਏ, ਤਾਂ ਸੈਂਟਰ ਗੌਰਮੈਂਟ ਨੇ ਵਕਤ ਤੇ ਵਕਤ ਸਿੱਖਾਂ ਦੇ ਨਾਲ ਧੱਕਾ ਕੀਤਾ ਹੈ। ਜਿਸ 1984 ਦੀ ਗੱਲ ਕਰੀਏ, ਉਸ ਟਾਈਮ ਦੀ ਮੌਜੂਦਾ ਸਰਕਾਰ था, और आज ਦੀ ਸਰਕਾਰ ਜੋ, मैं इस सरकार ਨੂੰ ਇਹ ਗੱਲ ਕਹਿਣਾ ਚਾਹੁੰਦਾ ਹਾਂ ਕਿ ਤੁਸੀਂ ਸਾਡਾ ਇਤਿਹਾਸ ਪੜ੍ਹ ਲਓ, ਕਿਉਂਕਿ ਇਸ ਇਲੈਕਸ਼ਨਾਂ ਤੋਂ ਪਹਿਲੇ ਇਹ ਸਰਕਾਰ ਦੇ ਲੋਕੀ ਇਹ ਕਹਿੰਦੇ ਸਨ ਕਿ ਭਾਈ ਅਸੀਂ ਸਿੱਖਾਂ ਦੇ ਨਾਲ ਇਨਸਾਫ ਕਰਾਂਗੇ। ਇਹੋ ਹੀ ਇਨਸਾਫ ਹੈ। ਜੰਮੂ ਕਸ਼ਮੀਰ ਦੇ ਵਿੱਚ ਸਾਡੀ ਇਸ ਪੰਜਾਬੀ ਭਾਸ਼ਾ ਨੂੰ ਬਿਲਕੁਲ ਹੀ ਇਗਨੋਰ ਕੀਤਾ ਗਿਆ ਹੈ। ਮੈਂ ਇਸ ਗਵਰਨਮੈਂਟ ਨੂੰ ਅਤੇ ਪ੍ਰਧਾਨ ਮੰਤਰੀ ਨੂੰ ਇਹ ਚੀਜ਼ ਦੱਸਣਾ ਚਾਹੁੰਦਾ ਹਾਂ ਕਿ ਦੇਸ਼ ਦੇ ਹਾਲਾਤ, ਅਗਰ 1947 ਦਾ ਇਤਿਹਾਸ ਲੈ ਲਓ ਤੁਸੀਂ, ਤਾਂ ਸਿੱਖਾਂ ਦੀ ਕੁਰਬਾਨੀ ਨੂੰ ਯਾਦ ਕਰੋ। ਪ੍ਰਧਾਨ ਮੰਤਰੀ ਸਾਹਿਬ, ਜੇ ਤੁਸੀਂ ਅਗਰ ਉਸ ਤੋਂ ਪ੍ਰਾਪਤ ਸਮੇਂ ਦਾ ਇਤਿਹਾਸ ਲੈ ਲਓ ਤਾਂ ਗੁਰੂ ਤੇਗ ਬਹਾਦਰ ਸਾਹਿਬ ਦਾ ਇਤਿਹਾਸ ਯਾਦ ਕਰੋ। ਮੈਂ ਤਾਂ ਸਮਝਦਾ ਹਾਂ ਕਿ ਅਗਰ ਅਸੀਂ ਤੁਸੀਂ ਇਸ ਯੂਟੀ ਹੁਕੂਮਤ ਦੇ ਵਿੱਚ ਦੇਖੋ ਤਾਂ PSA ਮੈਂਬਰ ਦਾ ਨਾਲ ਵੀ ਸਾਨੂੰ ਧੱਕਾ, ਉੱਥੋਂ ਵੀ ਸਿੱਖਾਂ ਨੂੰ ਬਾਹਰ ਕੱਢ ਦਿੱਤਾ ਹੈ। ਕਿਉਂਕਿ ਮੈਂ ਸਮਝਦਾ ਹਾਂ ਕਿ ਸਰਕਾਰਾਂ ਦੇਸ਼ ਦੇ ਵਿੱਚ 1947 ਤੋਂ ਲੈ ਕੇ ਅੱਜ ਤੱਕ ਜੋ ਵੀ ਸਰਕਾਰ ਦੇਸ਼ ਦੇ ਵਿੱਚ ਰਹੀ ਹੈ, ਉਹ ਸਿੱਖਾਂ ਦੇ ਨਾਲ ਬਿਲਕੁਲ ਬਰਾਬਰ ਧੱਕਾ ਕਰਦੀ ਆਈ ਹੈ। ਇਸ ਕਰਕੇ ਮੈਂ ਬੁਲਾਰੇ ਬਹੁਤ ਹਨ ਤੇ ਮੈਂ ਇੱਥੇ ਹੀ ਸਮਾਪਤੀ ਕਰਦਾ ਹਾਂ। 2-4 ਨਾਅਰੇ ਲਾ ਕੇ, सेंटर सरकार होश में आओ, होश में आओ, सेंटर सरकार होश में आओ, होश में आओ, होश में आओ, सेंटर सरकार होश में आओ, होश में आओ, होश में आओ, यूटी सरकार होश में आओ, होश में आओ, होश में दो, पंजाबी भाषा लागू करो, लागू करो, लागू करो, पंजाबी भाषा लागू करो, लागू करो, लागू करो, सेंटर गवर्नमेंट मुर्दाबाद, 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 प्रधानमंत्री मुर्दाबाद, 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 यूटी गवर्नर मुर्दाबाद, 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 बोले इंसान हाल। ਹੁਣ ਬੇਨਤੀ ਹੈ ਸਰਦਾਰ ਕਰਮਜੀਤ ਸਿੰਘ ਜੀ ਪੰਚ, ਉਹ ਵੀ ਸਟੇਜ ਤੇ ਆ ਜਾਣ ਜੀ 2 ਮਿੰਟਾਂ ਲਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੱਲ ਹੈ ਕਿ ਸਾਡੇ ਕਾਫੀ ਦਿਨਾਂ ਤੋਂ ਇਹ ਰੋਸ ਪ੍ਰਗਟ ਹਨ, ਕਿਉਂਕਿ ਗੌਰਮੈਂਟ ਜਿੱਥੇ ਵੀ ਦੇਖੋ ਸਾਡੇ ਸਿੱਖਾਂ ਨਾਲ ਨਹੀਂ, ਹਰ ਪੰਜਾਬੀ ਬੋਲਣ ਵਾਲੇ ਇਨਸਾਨ ਨਾਲ ਜਾਤੀ ਹੋ ਰਹੀ ਹੈ। ਸਭ ਤੋਂ ਪਹਿਲਾਂ ਮੈਂ ਕਹਿ ਦੇਵਾਂ, ਜੋ 8ਵਾਂ ਸ਼ਡਿਊਲ ਸੀ ਉਹਦੇ ਪੰਜਾਬੀ ਨੂੰ ਬਿਲਕੁਲ ਰੱਖਿਆ ਗਿਆ ਸੀ। 8ਵੇਂ ਸ਼ਡਿਊਲ ਹੀ ਪੰਜਾਬੀ ਨੂੰ ਬਿਲਕੁਲ ਮਾਨਤਾ ਦਿੱਤੀ ਗਈ ਸੀ। ਔਰ ਦੇਖੋ ਸਾਡੀ ਪੰਚਾਇਤ ਨਿਹਾਲਪੁਰ ਲੋਰ ਵਿੱਚ ਗੌਰਮੈਂਟ ਗਰਲ ਹਾਈ ਸਕੂਲ ਵਿੱਚ ਅਸੀਂ ਜਾ ਕੇ ਪੰਜਾਬੀ ਦੀਆਂ ਕਿਤਾਬਾਂ ਹੀ ਵੰਡੀਆਂ ਸਨ। ਜੇ ਗੌਰਮੈਂਟ ਪੰਜਾਬੀ ਬੰਦ ਕਰਦੀ ਹੈ ਤਾਂ ਉਹਦੇ ਸਕੂਲਾਂ 'ਚ ਕਿਤਾਬਾਂ ਕਿੱਥੋਂ ਤੇ ਵੰਡੀਆਂ ਨੇ? ਉਹ ਸਿਰ ਗੌਰਮੈਂਟ ਨੇ ਨਾਲ ਹੋ ਕੇ ਕਿਤਾਬਾਂ ਵੰਡੀਆਂ ਸਨ। ਲੇਕਿਨ ਅਸੀਂ ਚਾਹੁੰਦੇ ਹਾਂ ਕਿ ਦੇਖੋ ਸਾਨੂੰ 1984 ਵਿੱਚ ਸਾਡੇ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਮੌਜੂਦ ਸਨ, ਲੇਕਿਨ ਉਹਨਾਂ ਜ਼ਿਲ੍ਹੇ ਅਕਾਲ ਤਖ਼ਤ ਤੇ ਹਮਲਾ ਹੋਇਆ, ਅਟੈਕ ਹੋਇਆ, ਉਹਨਾਂ ਨੇ ਆਪਣੇ ਮੂੰਹ ਬੰਦ ਕੀਤੇ ਸਨ, ਉਹਨਾਂ ਨੇ ਅੱਖਾਂ ਬੰਦ ਕੀਤੀਆਂ ਸਨ। ਉਹ ਗੌਰਮੈਂਟਾਂ ਉਸ ਟਾਈਮ
मैं कहना कोई भी गौरमेंट सिखा नाल धक्का करती आई है। जिस टाइम कोई सिखा ने हक च कोई पंजाब के हक च फैसला लेना होंदा उस टाइम इन्हां दी अखां बंद हो जांदियां। कोई भी गौरमेंट होवे चाहते हैं देखो चैना बॉर्डर ते कोई माड़ा जिहा पंगा होया गौरमेंट ने गृह मंत्री राज सिंह ने बोले सोनेवाल दे नहरे लगा के सिख कौमां नूं अगे भेजा सिख पलटनां नूं अगे भेजा। उत्थे गौरमेंट नूं ये पंजाबी नज़र नहीं आते क्या? उत्थे गौरमेंटां दी अखां सुत्तियां दिमाग सुत्ते होंदे न। जे पाकिस्तान नाल कोई पंगा होंदा है उत्थे बाकी जुंडां नूं पिछे करके सिख जुंडां अगे लाई दिंदियां। क्या सिखां नूं इहो एक उत्थे रखिया गया गौरमेंट ने? मैं चाहना कि गौरमेंट कोई भी हो हर व्यक्ति नाल खास करके साडे पंजाबियों नाल पूरा इंसाफ होना चाहिए है। जे 17 तरीक नूं बिल पास होएगा जे मानता नहीं दी गई साढ़े सिख बच्चा 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 रोड से आएगा और हर जगह कुर्बानियां देने वास्ते तैयार होएगा। बाकी एक मैं अपनी बिरादरी भाईचारे से होर अपील करा कि इस तरह का धार्मिक कोई भी काम है उहदे पार्टीबाजी नहीं होनी चाहिए, उहदे कोई धड़ाबंदी नहीं होनी चाहिए। सब मिलके अगे आओ, सब मिलके मुकाबला करो ताकि गौरमेंट को पता लगे कि सिख कट्ठे न अपना हक लेना जानते हैं। बस मेरिया इतनी बेनतियां प्रवान कर रही। वाहिगुरू जी का खालसा वाहिगुरू जी की फतेह। बेनती है सरदार गुरचरण सिंह जी पप्पू वीर जी वो भी आ जान 2 मिनटां ਲਈ जी। परम सत्कारयोग साथियों वाहिगुरू वाहिगुरू जी की फतेह। ਅੱਜ ਉਹ ਜੋ ਪ੍ਰੋਗਰਾਮ ਤੁਸੀਂ ਲਿਖਿਆ ਹੈ ਜੋ ਪੰਜਾਬੀ ਭਾਸ਼ਾ ਨਾਲ ਧੱਕਾ ਕੀਤਾ ਗਿਆ ਇਹ ਕੋਈ ਸਾਡੇ ਵਾਸਤੇ ਨਵੀਂ ਗੱਲ ਨਹੀਂ ਸਾਥੀਓ। ਅੱਜ ਸਮਾਂ ਨਹੀਂ ਸੀ, ਅੱਜ ਮੋਦੀ ਸਾਹਿਬ ਨੂੰ ਸਮਾਂ ਨਹੀਂ ਸੀ ਇਹ ਗੱਲ ਕਰਨ ਦਾ। ਅੱਜ ਦੇਸ਼ ਉਤੇ ਉਧਰੋਂ ਚਾਈਨਾ ਪੈ ਰਿਹਾ, ਉਧਰੋਂ ਪਾਕਿਸਤਾਨ ਪੈ ਰਿਹਾ, ਉਧਰੋਂ ਨੇਪਾਲ ਦੁਸ਼ਮਣ ਬਣਿਆ, ਦੇਸ਼ ਚਾਰੇ ਪਾਸੋਂ ਘਿਰਿਆ ਹੋਇਆ, ਉਧਰੋਂ ਕਰੋਨਾ ਦਾ ਕਹਿਰ ਜਾਰੀ। ਉਹ ਆਪਣੀਆਂ ਨਾਕਾਮਯਾਬੀਆਂ ਨੂੰ ਛੁਪਾਉਣ ਵਾਸਤੇ ਮੰਤਰੀ ਨੂੰ ਸਾਫ਼ ਲਫ਼ਜ਼ਾਂ ਵਿੱਚ ਕਹਿਣਾ ਚਾਹੀਦਾ ਅਸੀਂ ਮੋਦੀ ਦਾ ਨਾਂ ਲੈਣ ਤੋਂ ਡਰਦੇ ਹਾਂ। ਮੋਦੀ ਆਪਣੀ ਨਾਕਾਮਯਾਬੀਆਂ ਨੂੰ ਛੁਪਾਉਣ ਵਾਸਤੇ ਲੋਕਾਂ ਦਾ ਧਿਆਨ ਡਾਇਵਰਟ ਕਰ ਰਿਹਾ ਹੈ। ਅੱਜ ਜੋ ਪੰਜਾਬੀ ਭਾਸ਼ਾ ਜੰਮੂ ਕਸ਼ਮੀਰ ਦੀ ਸਾਰੇ ਕਹਿ ਰਹੇ ਹਨ ਕਿ ਇਹਨੂੰ ਆਫੀਸ਼ੀਅਲ ਭਾਸ਼ਾ ਵਿੱਚੋਂ ਕੱਢਿਆ ਜਾ ਰਿਹਾ। ਸਾਥੀਓ ਮੈਂ ਇੱਕ ਗੱਲ ਕਹਿਣੀ ਚਾਹੁੰਦਾ, ਅਗਰ ਪੰਜਾਬੀ ਬੋਲਦਾ ਸਾਡਾ ਸ਼ੇਰ ਮਹਾਰਾਜਾ ਰਣਜੀਤ ਸਿੰਘ ਨਾ ਹੁੰਦਾ जम्मू कश्मीर अज पाकिस्तान होना सी। अज हिंदुस्तान की सरकार नूं समझना पेगा अगर खैबर तक भाजड़ा ना पांदा पंजाबी बोलदा महाराजा रणजीत सिंह, जिस पंजाबी भाषा नूं तुसीं अज आफिशियल भाषा चों बाहर करदे हो वो पंजाबी भाषा बोलण वाला महाराजा रणजीत सिंह जी जिहदी खातर अज जम्मू कश्मीर आज़ाद है, हिंदुस्तान है ना तो यह भी एक अज पाकिस्तान का अंग होना सी। साथियों बड़े दुख की गल है इस अज बाबर का मस्जिद आके मंदिर बना के बड़ी मान की गल करते हैं पर उन्होंने अफसोस के नाल कहना पैंदा जदों बाबर जिंदा सी बाबर दा राज सी एक पंजाबी बोलदा गुरु नानक ही सी जिन्हें बाबर नूं जिंदे जी कहा सी बाबर तू जाबर है। जदों हिंदुस्तान दे विच पूरी मैं गल कहनी चाहना कि जदों पूरे हिंदुस्तान दे विच 1.25 मन जंजू ला के औरंगजेब रोटी खांदा सी उस वक्त जम्मू कश्मीर दा रहने वाले पंडितां ने अगर किसी के पास गए सिर्फ तो सिर्फ पंजाबी भाषा बोलने वाले पंजाबी भाषा का गुरु ग्रंथ साहिब दे विच गुरमुखी विच लियाण वाले गुरु तेग बहादुर जी 9वें पातशाह जी पाश आनंदपुर साहब गए जिहदी खातर अज असीं मंदिरां विच टल बजा रहे हैं, मंदिरां विच जोतां जगा रहे हैं। सिर्फ तो सिर्फ पंजाबी भाषा बोलने वाले साडे गुरु तेग बहादुर जी ने कुर्बानी ना देंदे अज मोदी नहीं सी होना, राज होना सी। बड़ा दुख होता है लोग गैरों की बात करते हैं, हम अपने भी अजमाए हैं। लोग कांटों से बच के चलते हैं, हमने फूलों से जख्म खुआए। दुख इस गल दा इस देश की खातर अगर अज जलियांवाले बाग का बदला किसी ने लिया पंजाबी बोलने वाला उधम सिंह ने जाके कित्थे जाके जनरल अडवायर नूं जाके उड़ाया क्योंकि उन्होंने पंजाबी भाषा आती सी। साथियों ये गल मैं फखर नाल कहंदा जिस तरीके नाल पंजाबी भाषा नूं आफिशियल भाषा जो रोकिया जा रहा है ये विच सिखां दा नुकसान नहीं ना जाना, सिखां दा कुछ नहीं जाना। सिखां कोल महाराज दी इन्नी कृपा है, साडे कोल गुरु ग्रंथ साहब इहो जिहा एक खजाना है, सानू तुहाडी आफिशियल भाषा नाल कोई लिंक नहीं। सानू तुसीं ना भी मान दिओ तां भी सानू गुरु साहब इन्ना मान दे के देन। अज साडा देश जिहदी खातर 98% कुर्बानियां दे के इस देश नूं आज़ाद कराया, जिन्हां अंग्रेज़ां नूं असीं इस देश विच भजाया पंजाबी बोलण वालियां ने, बड़े दुख नाल कहना पैंदा वो अंग्रेज़ अज साडे सिखां दे फखर कर रहे हैं। साथियों बड़े दुख नाल कहना पैंदा अज हिंदुस्तान दा प्रधानमंत्री साडी पंजाबी मां
ਨਾਲ ਇਸ ਤਰ੍ਹਾਂ ਦਾ ਵਿਹਾਰ ਕਰ ਰਿਹਾ ਹੈ। ਮੈਂ ਕਹਿਣਾ ਚਾਹਨਾ ਅੱਜ ਅਮਰੀਕਾ ਦਾ ਰਾਸ਼ਟਰਪਤੀ ਕਹਿ ਰਿਹਾ ਹੈ ਕਿ ਦੁਨੀਆ ਦੇ ਹਰ ਕੋਨੇ ਵਿੱਚ ਗੁਰਦੁਆਰਾ ਹੋਣਾ ਚਾਹੀਦਾ ਹੈ। ਕਿਉਂ ਕਿ ਗੁਰੂ ਗ੍ਰੰਥ ਸਾਹਿਬ ਗੁਰਮੁਖੀ ਵਿੱਚ ਲਿਖਿਆ, ਉਹਦਾ ਪ੍ਰਚਾਰ ਅੱਜ ਅੰਗਰੇਜ਼ ਕਰਨ। ਅੱਜ ਕਿਹੜੀ ਕੰਟਰੀ ਹੈ ਜਿੱਥੇ ਪੰਜਾਬੀ ਭਾਸ਼ਾ ਦਾ ਪੰਜਾਬ ਨਹੀਂ ਹੈ? ਕਿਉਂ ਰਾਜ ਹੈ? ਕਿਉਂਕਿ ਇਹ ਪੰਜਾਬੀ ਭਾਸ਼ਾ ਗੁਰੂ ਗ੍ਰੰਥ ਸਾਹਿਬ ਕੋਲੋਂ ਸਿੱਖ ਕੇ ਹੀ ਇਹਨਾਂ ਨੇ ਦੁਨੀਆ ਦੇ ਵਿੱਚ ਪ੍ਰਚਾਰ ਕੀਤਾ। ਕੁਰਬਾਨੀਆਂ ਦਾ ਜਜ਼ਬਾ ਅੱਜ ਅਗਰ ਕਿਸੇ ਦੇ ਵਿੱਚ ਹੈ, ਉਹ ਸਾਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਮਿਲਿਆ। ਗੁਰੂ ਗ੍ਰੰਥ ਸਾਹਿਬ ਜੋ ਹੈ ਸਾਰਾ ਗੁਰਮੁਖੀ ਅਤੇ ਪੰਜਾਬੀ ਵਿੱਚ ਹੈ। ਅਗਰ ਪੰਜਾਬੀ ਭਾਸ਼ਾ ਨਾਲ ਇਹ ਜੋ ਦੁਜਾਇਗੀ ਕਰ ਰਹੇ ਹਨ, ਇਹ ਕਿਸੇ ਸਿੱਖ ਨਾਲ ਧੋਖਾ ਨਹੀਂ ਹੈ, ਸਾਥੀ ਇਹ ਪੂਰੇ ਹਿੰਦੁਸਤਾਨ ਨਾਲ ਧੋਖਾ ਹੋ ਰਿਹਾ ਹੈ। ਕਿਉਂਕਿ ਜੇ ਅਸੀਂ ਪੰਜਾਬੀ ਨਾ ਪੜਾਂਗੇ, ਪੰਜਾਬੀ ਨਾ ਬੋਲਾਂਗੇ, ਅਸੀਂ ਕਿੱਥੋਂ ਸਿੱਖਾਂਗੇ ਕਿ ਸਾਡੇ ਸਰਾਭੇ ਵਰਗੇ ਸ਼ਹੀਦ ਭਗਤ ਸਿੰਘ ਵਰਗੇ ਸ਼ਹੀਦ ਅਸੀਂ ਗੁਰਬਾਣੀ ਤੋਂ ਸੇਧ ਕਿਸ ਤਰ੍ਹਾਂ ਲਾਂਗੇ? ਇੱਕ ਬੜਾ ਵੱਡਾ ਕਿ ਸਾਨੂੰ ਪੰਜਾਬੀ ਨਾਲ ਤੋੜਿਆ, ਇਹ ਪੂਰੇ ਹਿੰਦੁਸਤਾਨ ਦੇ ਨਾਲ ਇੱਕ ਧੋਖਾ ਹੋ ਰਿਹਾ। ਤੇ ਮੈਂ ਫਿਰ ਆਖਰੀ ਬੇਨਤੀ ਕਰਾਂਗਾ ਕਿ ਮੋਦੀ ਸਾਹਿਬ ਤੁਸੀਂ ਅੱਜ ਵੀ ਹੋਸ਼ ਵਿੱਚ ਆ ਜਾਓ। ਲੋਕ ਇਸ ਲਈ ਭੁੱਖੇ ਮਰ ਰਹੇ ਹਨ ਕਰੋਨਾ ਕਰਕੇ। इधर ऑफिशियल भाषा तुसी तोड़ के चंगा नहीं किया। अज खालसा एड वाले पूरी दुनिया के विच अगर प्रचार करें सिक्खी का, क्यों करें कि उन्होंने गुरमत सेध ली सी गुरु ग्रंथ साहब को जो पंजाबी भाषा है। अज सानू फख्र है कि साडा गुरु ग्रंथ साहब पंजाबी भाषा गुरमुख विच है। पूरी दुनिया राज कर दुनिया विच पंजाबी भाषा का राज है। अगर हिंदुस्तान ना भी ऑफिशियल भाषा दे साडी सेहत नूं कोई फर्क नहीं पड़ा, पूरा दे पूरा नुकसान जो होएगा हिंदुस्तान नूं होवेगा। इन्ने अखर कहंदा होया खिमा दा जाचंगा। वाहिगुरू ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੁਣ ਆਪ ਜੀ ਸਾਰਿਆਂ ਪਾਸ ਬੇਨਤੀ ਸੀ 2 ਮਿੰਟਾਂ ਲਈ ਵੀਰ ਅਜੀਮੀਤ ਸਿੰਘ ਜੀ ਆਣਗੇ ਸਟੇਜ ਦੇ ਉੱਤੇ। ਉਸ ਤੋਂ ਬਾਅਦ ਇੱਕ ਮਾਰਚ ਅਸੀਂ ਜਿਹੜਾ ਲਿੰਕ ਰੋਡ ਤੱਕ ਕਰਨਾ ਹੈਗਾ, ਬਸ ਉਹ ਸਾਡਾ ਲਾਸਟ ਕੰਕਲੂਡ ਹੈ। ਕਿਉਂਕਿ ਮੀਡੀਆ ਵਾਲੇ ਵੀ ਵੀਰ ਜਿਹੜੇ ਇਹਨਾਂ ਨੇ ਜੰਮੂ ਜਾਣਾ ਹੈ, ਇਹ ਵੀ ਕਹਿੰਦੇ ਅਸੀਂ ਜੰਮੂ ਜਾਣਾ, ਸਾਡੇ ਕੋਲ ਟਾਈਮ ਘੱਟ ਹੈ ਤੇ ਜਲਦੀ ਕੰਕਲੂਡ ਕੀਤਾ ਜਾਏ। ਔਰ ਜਿਹੜਾ ਸਾਡਾ ਟਾਈਮ ਸੀਗਾ 11 ਵਜੇ ਤੋਂ ਪਹਿਲੇ ਕੰਕਲੂਡ ਕਰਨ ਦਾ, ਅਸੀਂ ਉਹ ਵੀ ਨਜ਼ਰਅੰਦਾਜ਼ ਨਹੀਂ ਕਰ ਸਕਦੇ, ਉਹਨੂੰ ਵੀ ਅਸੀਂ ਜ਼ਰੂਰ ਨਜ਼ਰ ਵਿੱਚ ਰੱਖਣਾ। ਸੋ ਵੀਰ ਅਜਮੀਤ ਵੀਰ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਹੜੀਆਂ ਸਰਕਾਰਾਂ ਉਹ ਸਭ ਕੁਝ ਜਾਣਦੀਆਂ ਸਿੱਖਾਂ ਬਾਰੇ, ਸਿੱਖ ਕਿਹੜੀ ਮਿੱਟੀ ਦੇ ਬਾਸ਼ਿੰਦੇ ਹਨ ਸਭ ਕੁਝ ਜਾਣਦੇ ਹਨ। ਉਹਨਾਂ ਨੂੰ ਪਤਾ ਹੈ ਕਿ ਗੁਰਮੁਖੀ ਸਿੱਖਾਂ ਦੀ ਪੰਜਾਬੀ ਗੁਰੂ, ਅਸੀਂ ਜਿੰਨਾ ਮਰਜ਼ੀ ਇਤਿਹਾਸ ਸੁਣਾ ਦਈਏ ਸਰਕਾਰਾਂ ਨੂੰ ਸਭ ਪਤਾ ਹੈ। ਸਿਰਫ ਸਾਡੀ ਨਲਾਇਕੀ ਦੀ ਵਜ੍ਹਾ ਨਾਲ ਇਹ ਸਰਕਾਰਾਂ ਸਾਡੇ ਤੇ ਹਾਵੀ ਹੁੰਦੀਆਂ ਹਨ। ਉਹ ਨਲਾਇਕੀ ਮੈਂ ਦੱਸ ਦਿੰਦਾ। ਪਹਿਲਾਂ ਸਰਕਾਰ ਦੀ ਗੱਲ ਕਰ ਲਈਏ। ਗਾਹੇ ਬਗਾਹੇ ਸਿੱਖਾਂ ਦੇ ਸਿਰ ਲੱਗਦੇ ਆਏ ਇਸ ਦੇਸ਼ ਦੀ ਸਰਹੱਦ ਦੀ ਖਾਤਰ, ਇਸ ਤਿਰੰਗੇ ਦੀ ਖਾਤਰ। ਆਪਣੇ ਘਰ ਤੱਕ ਉਜਾੜ ਦਿੱਤੇ ਸਿੱਖਾਂ ਨੇ, ਆਪਣੇ ਬੱਚੇ ਤੱਕ ਕਤਲ ਕਰਵਾ ਦਿੱਤੇ ਸਿੱਖਾਂ ਨੇ। ਇਸ ਦੇਸ਼ ਦੀ ਖਾਤਰ ਆਪਣੀਆਂ ਕੁਰਬਾਨੀਆਂ ਦੇ ਕੇ ਹਰ ਅਗਰ ਉਜੜਿਆ ਤੇ ਸਿੱਖ ਹੀ ਉਜੜਿਆ। 1984 ਵਿੱਚ ਵੀ ਸਿੱਖਾਂ ਨਾਲ ਧੱਕਾ, 1947 ਵਿੱਚ ਵੀ ਸਿੱਖਾਂ ਨਾਲ ਕਤਲੇਆਮ। ਤਾਂ ਜਿੰਨੀਆਂ ਕੁਰਬਾਨੀਆਂ ਸਿੱਖਾਂ ਨੇ ਇਸ ਦੇਸ਼ ਲਈ ਦਿੱਤੀਆਂ, ਇਹ ਦੇਸ਼ ਦੀਆਂ ਸਰਕਾਰਾਂ ਚਾਹੇ ਕਾਂਗਰਸ ਚਾਹੇ ਬੀਜੇਪੀ, ਇਹ ਦੋ ਐਸੇ ਬੈਲ ਹਨ ਇਸ ਦੇਸ਼ ਦੇ ਜਿਹੜੇ ਹਮੇਸ਼ਾ ਘੱਟ ਗਿਣਤੀ ਸਿੱਖਾਂ ਨੂੰ ਦਬਾਉਣ ਦੀ ਕੋਸ਼ਿਸ਼ ਕਰਦੇ ਹਨ। ਇਹ ਸਰਕਾਰਾਂ ਕਦੇ ਨਹੀਂ ਸੁਧਰ ਸਕਦੀਆਂ ਜਿੰਨਾ ਸਰਕਾਰਾਂ ਵਿੱਚ ਅੱਖਾਂ ਅੰਨੀਆਂ ਹੋਵਨ, ਕੰਨ ਬੋਲੇ ਹੋਵਨ ਤੇ ਜ਼ੁਬਾਨ ਗੂੰਗੀ ਹੋਵੇ। ਉਹ ਹਮੇਸ਼ਾ ਘੱਟ ਗਿਣਤੀ ਵੱਲ ਦਬਾਉਣ ਦੀ ਕੋਸ਼ਿਸ਼ ਕਰਦੇ ਹਨ। ਦੂਜੀ ਗੱਲ ਸਰਕਾਰ ਦੀ ਆਖਰੀ ਵਿੱਚ ਗੱਲ ਕਰਾਂਗਾ। ਮੈਂ ਆਪਣੇ ਸਿੱਖਾਂ ਨੂੰ ਇਹ ਬੇਨਤੀ ਕਰਦਾ, ਉਹ ਲਾਹਨਤੀਓ ਹਮੇਸ਼ਾ ਦੋਸ਼ ਆਪਾਂ ਸਰਕਾਰਾਂ ਨੂੰ ਦਿੰਦੇ ਹਾਂ, ਪਰ ਆਪਣੇ ਅੰਦਰ ਝਾਤੀ ਮਾਰ ਕੇ ਵੇਖੀਏ ਸਾਡੇ ਤੋਂ ਵੱਧ ਦੋਸ਼ ਕਿਸੇ ਵਿੱਚ ਨਹੀਂ ਹੋਵੇਗਾ। 600 ਕੁੰਭਾ ਲੱਗਦਾ ਇਸ ਗੁਰਦੁਆਰਾ ਬਸਤੀ ਗੋਬਿੰਦਪੁਰਾ ਵਿਖੇ। 600 ਕੁੰਭਾ ਯਾਨੀ ਕਿ 600 ਘਰ ਸਿੱਖਾਂ ਦੇ ਇਸ ਗੁਰਦੁਆਰੇ ਨਾਲ ਲੱਗਦੇ ਹਨ। ਅਗਰ ਇੱਕ ਬੰਦਾ ਵੀ ਘਰ ਚੋਂ ਨਿਕਲ ਕੇ ਆਂਦਾ ਤੇ 600 ਬੰਦਾ ਇੱਥੇ ਹੋਣਾ ਚਾਹੀਦਾ ਸੀ। ਸਿੰਬਲ ਕੈਂਪ ਇੰਨੀ ਵੱਡੀ ਹਸਤੀ ਹੈ। ਫਿਰ ਵੀ ਮੈਂ ਮੁਬਾਰਕ ਦੇਵਾਂਗਾ ਆਪਣੇ ਸਾਰੇ ਸਰਪੰਚਾਂ ਨੂੰ, ਪੰਚਾਂ ਨੂੰ ਜਿਹੜੇ ਇਕੱਤਰ ਹੋ ਕੇ ਇੱਥੇ ਪਹੁੰਚੇ ਹਨ। ਜੇ ਅਸੀਂ ਅੱਜ ਆਪਣੀ ਮਾਂ ਬੋਲੀ ਪੰਜਾਬੀਅਤ ਲਈ ਆਵਾਜ਼ ਨਹੀਂ ਉਠਾਈ ਤਾਂ ਇੱਕ ਗੱਲ ਤੁਹਾਡੀ ਕਿਰਪਾਨ ਵੀ ਲੱਥੇਗੀ।
ਫਿਰ ਤੁਹਾਡੇ ਸਿਰ ਤੋਂ ਦਸਤਾਰ ਵੀ ਲੱਥੇਗੀ, ਫਿਰ ਤੁਹਾਡੇ ਨਿਸ਼ਾਨ ਸਾਹਿਬ ਤੇ ਮੰਦਰਾਂ ਦੇ ਨਿਸ਼ਾਨ ਝੁੱਲਣਗੇ। ਜੇ ਅਸੀਂ ਅੱਜ ਆਪਣੀ ਪੰਜਾਬੀ ਮਾਂ ਬੋਲੀ ਨੂੰ ਨਾ ਬਚਾਇਆ, ਜੇ ਆਪਾਂ ਘਰ ਬੈਠ ਕੇ ਤਮਾਸ਼ੇ ਵੇਖਦੇ ਰਹੇ, ਮੈਂ ਉਹਨਾਂ ਸਿੱਖਾਂ ਨੂੰ ਕਹਿੰਦਾ ਜਾਓ ਮਸੀਤਾਂ ਤੁਹਾਡੇ ਕੋਲ ਬਣੀਆਂ, ਨਮਾਜ਼ਾਂ ਪੜੋ, ਮੰਦਰ ਤੁਹਾਡੇ ਕੋਲ ਬਣੇ ਨੇ, ਜਾ ਕੇ ਰਾਮ ਰਾਮ ਉਚਰੋ ਉਸ ਮੰਦਰ ਵਿੱਚ ਜਾ ਕੇ, ਕਿਉਂਕਿ ਤੁਸੀਂ ਸਿੱਖੀ ਦੇ ਕਾਬਲ ਹੀ ਨਹੀਂ ਹੋ। ਜੇ ਤੁਸੀਂ ਸਿੱਖੀ ਵਿਰਸੇ ਜਿਹੀ ਸਿੱਖੀ ਦੇ ਕਾਬਲ ਹੁੰਦੇ ਤੇ ਸਰਕਾਰਾਂ ਅੱਜ ਤੁਹਾਨੂੰ ਇਹਨਾਂ ਨਾਲ ਤਾੜਦੀਆਂ। ਇਹ ਸਾਡੀਆਂ ਕਮਜ਼ੋਰੀਆਂ ਹਨ। ਹਰ ਵੇਲੇ ਸਿੱਖਾਂ ਨੂੰ ਲਤਾੜਿਆ ਗਿਆ। 89 ਵਿੱਚ ਨਗਰ ਕੀਰਤਨ ਵਿੱਚ ਅਟੈਕ ਹੋਇਆ, ਸਾਡੀ ਲੀਡਰਸ਼ਿਪ ਮੂੰਹ ਕਾਲਾ ਕਰਕੇ ਇੱਥੋਂ ਨਸ ਗਈ, ਉਹ ਫਾਈਲਾਂ ਮਿੱਟੀ ਵਿੱਚ ਦੱਬੀਆਂ ਗਈਆਂ। 2000 ਵਿੱਚ ਕਤਲੇਆਮ ਹੋਇਆ ਛੱਟੀ ਸਿੰਘਪੁਰਾ श्रीनगर ਵਿੱਚ, ਸਾਡੀ ਲੀਡਰਸ਼ਿਪ ਨੇ ਫਿਰ ਆਪਣਾ ਮੂੰਹ ਕਾਲਾ ਕਰਵਾਇਆ। 2015 ਵਿੱਚ ਸਾਡਾ ਇੱਕ ਸਿੱਖ SS ਸ਼ਹੀਦ ਕੀਤਾ ਗਿਆ। ਸਾਡੇ ਲੀਡਰ ਸਮਾਜਿਕ ਧਾਰਮਿਕ ਫਿਰ ਮੂੰਹ ਕਾਲਾ ਕਰਕੇ ਬੈਠ ਗਏ। ਜਿਨ੍ਹਾਂ ਨੇ ਉਸ ਉੱਤਮ ਚੰਦ ਦੇ ਖਿਲਾਫ ਗਵਾਹੀਆਂ ਦਿੱਤੀਆਂ ਸਨ, ਉਹ ਗਵਾਹੀਆਂ ਵਾਪਸ ਲੈ ਲਈਆਂ ਗਈਆਂ। ਫਿਰ ਉਸ ਤੋਂ ਬਾਅਦ ਜੇ ਸਰਕਾਰ ਮਗਰਮੱਛ ਦਾ ਰੂਪ ਧਰ ਕੇ ਇੱਥੇ ਤੱਕ ਨਹੀਂ ਰੱਜੀ, ਫਿਰ ਸਿੱਖਾਂ ਦਾ ਜਿਹੜਾ ਕਤਲੇਆਮ ਸੀ ਇੱਕ ਵਾਰ ਹੋਰ ਹੋਇਆ। ਪਬਲਿਕ ਸਰਵਿਸ ਕਮਿਸ਼ਨ ਵਿੱਚੋਂ ਸਿੱਖਾਂ ਦਾ ਨਾਮ ਹਟਾਇਆ ਗਿਆ, ਉਹ ਵੀ ਸਾਡੀ ਨਲਾਇਕੀ ਦੀ ਵਜ੍ਹਾ ਨਾਲ। ਫਿਰ ਉਹ ਜਿਹੜੀ ਸਾਡੀ ਅਫੀਸ਼ੀਅਲ ਲੈਂਗੁਏਜ ਹੈ ਪੰਜਾਬੀ, ਉਸ ਨੂੰ ਫਿਰ ਹਮਲਾ ਕੀਤਾ ਗਿਆ, ਕਿਉਂਕਿ ਸਾਡੀ ਨਲਾਇਕੀ ਹੈ। ਮਜ਼ਾ ਤਾਂ ਹੁੰਦਾ ਜੇ ਅੱਜ ਪੂਰਾ 600 ਕੁੰਬੇ ਚੋਂ ਇੱਕ ਬੱਚਾ ਨਿਕਲ ਕੇ 600 ਬੰਦਾ ਇਸ ਰੋਡ ਵਿੱਚ ਜਮ੍ਹਾਂ ਹੁੰਦਾ, ਰੋਡ ਬਲਾਕ ਕਰਦੇ, ਕਿਉਂਕਿ ਆ ਅੰਨੀ ਬੋਲੀ ਸਰਕਾਰ ਕਦੇ ਤੁਹਾਨੂੰ ਆਪਣਾ ਹੱਕ ਨਹੀਂ ਦੇਵੇਗੀ। ਆਪਣਾ ਹੱਕ ਲੈਣ ਵਾਸਤੇ ਤੁਹਾਨੂੰ ਆਪ ਜੱਦੋ ਜਾਹਿਦ ਕਰਨੀ ਪਵੇਗੀ। ਜਦੋਂ ਦਾ ਨਾਂ ਲੈਂਦਾ ਨੂੰ ਮਰਚੀਆਂ ਲੱਗ ਜਾਂਦੀਆਂ ਹਨ ਕਿ ਉਹਦਾ ਨਾਂ ਕਿਉਂ ਲੈਂਦਾ। ਮੈਂ ਤੁਹਾਨੂੰ ਦੱਸਦਾ ਮੈਂ ਕਿਉਂ ਨਾਂ ਲੈਂਦਾ। ਜਿਹੜੀ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਆਵਾਜ਼ ਸੀ, ਉਹ ਪੂਰੇ ਪੰਜਾਬ ਲਈ ਸੀ, ਸਿੱਖਾਂ ਦੇ ਪਾਣੀਆਂ ਲਈ, ਹਿੰਦੂਆਂ ਦੇ ਲਈ ਸੀ, ਮੁਸਲਮਾਨਾਂ ਦੇ ਲਈ ਸੀ, ਇਕੱਲੇ ਆਪਣੇ ਸਿੱਖ ਸਮਾਜ ਵਾਸਤੇ ਨਹੀਂ ਸੀ। ਉਹ ਹਾ ਦਾ ਨਾਰਾ ਪੂਰੇ ਸਮਾਜ ਲਈ, ਪੂਰੇ ਪੰਜਾਬ ਲਈ ਮਾਰਦੇ ਮਾਰਦੇ ਸ਼ਹੀਦ ਹੋਏ। ਸਾਡੇ ਆਪਣਿਆਂ ਨੇ, ਬਾਦਲ ਵਰਗਿਆਂ ਨੇ ਲੈਟਰ ਦੇ ਕੇ 84 ਵਿੱਚ ਇੰਦਰਾ ਕੋਲੋਂ ਅਟੈਕ ਕਰਵਾਇਆ। ਤੁਸੀਂ ਕੀ ਸੋਚਦੇ ਹੋ ਕਿ BJP ਵਾਲੇ ਸਾਫ਼ ਹਨ ਜਾਂ ਕਾਂਗਰਸ ਸਾਫ਼ ਹੈ? ਦੱਲੇ ਨੇ ਲਫ਼ਜ਼ ਮੈਂ ਅੱਜ ਯੂਜ਼ ਕਰ ਰਿਹਾ, ਇਹ ਸਭ ਹਰਾਮ ਦੇ ਦੱਲੇ ਹਨ। ਮੈਂ ਕੱਲ ਦੀ ਤੁਹਾਨੂੰ ਲੇਟੈਸਟ ਨਿਊਜ਼ ਸੁਣਾਉਂਦਾ, ਚੱਠੇ ਦੀ ਬੀਬੀ ਦੀ ਡੈਥ ਹੋ ਗਈ ਕੋਰੋਨਾ ਕਰਕੇ। ਸਿੱਖਾਂ ਨੇ ਆਪਣੀਆਂ ਜਾਨਾਂ ਤੱਕ ਵਾਰੀਆਂ, ਆਪਣੀ ਜਾਨਾਂ ਦੀ ਪਰਵਾਹ ਨਾ ਕਰਦੇ ਲੋਕਾਂ ਦੇ ਘਰ ਘਰ ਤੱਕ ਰਾਸ਼ਨ ਪਹੁੰਚਾਇਆ। ਉਹ ਸਿੱਖ ਬੀਬੀ ਚੱਠੇ ਦੀ ਅੱਜ ਤੋਂ 10 ਦਿਨ ਪਹਿਲਾਂ ਜਦੋਂ ਉਹਦੀ ਡਿਲੀਵਰੀ ਹੋਣ ਲੱਗੀ, ਬੱਚਾ ਪੇਟ ਦੇ ਅੰਦਰ ਹੀ ਮਰ ਗਿਆ। ਉਹਦੇ ਬੱਚੇ ਦਾ ਆਪਰੇਸ਼ਨ ਕੀਤਾ ਗਿਆ। ਫਿਰ ਬੀਬੀ 10 ਦਿਨ ਬਾਅਦ ਸ਼ਾਲਾਮਾਰ ਤੋਂ ਨੈਗੇਟਿਵ ਹੁੰਦੀ ਹੈ, ਬਖਸ਼ੀ ਨਗਰ ਪਹੁੰਚਦੀ ਹੈ ਨੈਗੇਟਿਵ, ਰਾਤ ਨੂੰ 12 ਵਜੇ ਤੱਕ ਨੈਗੇਟਿਵ। ਤੀਜੀ ਰਿਪੋਰਟ 12:10 ਤੇ ਉਹਦੀ ਮੌਤ ਹੁੰਦੀ ਹੈ, ਉਹਨੂੰ ਪੋਜ਼ਿਟਿਵ ਕਰਾਰ ਦਿੱਤਾ ਜਾਂਦਾ ਹੈ। ਫਿਰ ਫੈਮਿਲੀ ਨੇ ਫਿਰ ਟੈਸਟ ਕਰਵਾਇਆ, ਕੱਲ ਰਾਤ ਨੂੰ ਫਿਰ ਟੈਸਟ ਨੈਗੇਟਿਵ ਆਇਆ। ਤੁਸੀਂ ਕਿੱਥੇ? ਇੱਕ ਵੀਡੀਓ ਹੋਰ ਸੀ ਮਹਾਰਾਸ਼ਟਰ ਦੀ, ਉਹ ਮੈਂ WhatsApp ਤੇ ਸ਼ੇਅਰ ਕਰ ਦਿਆਂਗਾ। ਉਹਦੇ ਵਿੱਚ ਇੱਕ ਨੌਜਵਾਨ ਜਿਸ ਦਾ ਕੋਰੋਨਾ ਨਾਲ ਜਿਹਦੀ ਡੈਥ ਕੀਤੀ ਗਈ, ਵੈਂਟੀਲੇਟਰ ਮਸ਼ੀਨ ਤੋਂ ਹਟਾ ਦਿੱਤਾ ਗਿਆ। ਜਦੋਂ ਉਸਦੇ ਭਰਾ ਨੂੰ ਪਤਾ ਚੱਲਦਾ, ਆਪਣੇ ਕਾਫਲੇ ਨਾਲ ਹਸਪੀਟਲ ਪਹੁੰਚ ਕੇ ਉਸ ਡਾਕਟਰ ਨੂੰ ਕਹਿੰਦਾ ਤੈਨੂੰ ਮੈਂ ਵਿੱਚੋਂ ਪਾੜ ਦਿਆਂਗਾ, ਪਹਿਲੇ ਵੈਂਟੀਲੇਟਰ ਦੀ ਮਸ਼ੀਨ ਆਨ ਕਰ। ਜਦੋਂ ਮਸ਼ੀਨ ਆਨ ਕੀਤੀ, ਬੰਦਾ ਜਿਉਂਦਾ ਸਾਹ ਲੈ ਰਿਹਾ। ਇੰਨਾ ਧੱਕਾ ਇੰਨਾ ਡਾਕਟਰਾਂ ਜਿਨ੍ਹਾਂ ਨੂੰ ਅਸੀਂ ਸੈਕੰਡ ਗਾਡ, ਸੈਕੰਡ ਰੱਬ ਮੰਨਦੇ ਹਾਂ, ਇੰਨਾ ਲਾਂਤੀਆਂ ਨੂੰ ਸੈਕੰਡ ਗਾਡ ਕਹਿਣ ਕੋਲੋਂ ਮੈਂ ਤੁਹਾਨੂੰ ਇੱਥੇ ਤੱਕ ਹਦਾਇਤ ਦਿੱਤਾ। ਮੈਂ ਉਸ ਦਿਨ ਨਾਟੀ ਵੀਰ ਦਾ 10ਵੇਂ ਵਾਲੇ ਦਿਨ ਵੀ ਬੋਲਿਆ ਸੀ, ਤੁਹਾਡੇ ਲੋਕਲ ਡਾਕਟਰ, ਯੰਗ ਡਾਕਟਰ, ਅਸ਼ੋਕਾ ਡਾਕਟਰ, ਚੰਨੀ ਵੀਰ, ਸਾਰੇ ਡਾਕਟਰਾਂ ਦੀ ਰੱਬ ਲੰਮੀ ਉਮਰ ਕਰੇ, ਜਿਹੜੇ ਤੁਹਾਡੀ ਮਾੜੀ ਮੋਟੀ ਦਵਾਈ ਦਾ ਇਲਾਜ ਕਰਕੇ ਤੁਹਾਨੂੰ ਘਰ ਤੱਕ ਪਹੁੰਚਾਉਂਦੇ ਹਨ। ਤੁਸੀਂ ਹਸਪੀਟਲ ਗਏ, ਤੁਹਾਡੀ ਮੌਤ ਨਿਸ਼ਚਿਤ ਹੈ, ਇਹ ਯਾਦ ਰੱਖਿਓ। ਤੁਹਾਨੂੰ ਪੋਜ਼ਿਟਿਵ ਦੇਣਗੇ, ਤੁਹਾਡਾ ਪਰਿਵਾਰ ਤੁਹਾਡੀ ਸ਼ਕਲ ਤੱਕ ਨਹੀਂ ਦੇਖ ਸਕੇਗਾ ਲਾਸਟ ਵਿੱਚ। ਇਸ ਕਰਕੇ ਮੈਂ ਸਾਰੇ ਚੈਨਲਾਂ ਰਾਹੀਂ ਸਾਰਿਆਂ ਨੂੰ ਆਵਾਜ਼ ਦਿੰਦਾ ਹਾਂ, ਆਓ ਯਾਰ ਮੇਰੇ ਸਰਪੰਚ ਵੀਰ, ਮੇਰੇ ਪੰਚ, ਮੇਰੇ ਪ੍ਰਧਾਨ ਵੀਰ, ਜਿਨ੍ਹਾਂ ਦੇ ਸਿਰ ਤੇ ਦਸਤਾਰਾਂ ਗੁਰੂ ਸਾਹਿਬ ਨੇ ਸਜਾਈਆਂ, ਆਓ ਸਾਰੇ ਹਾ ਦਾ ਨਾਰਾ ਮਾਰੀਏ ਇਸ ਯੂਟੀ ਲੰਗੜੀ ਸਰਕਾਰ ਨੂੰ, ਜੋ ਦੋਨੋਂ ਲੱਤਾਂ ਤੋਂ ਲੰਗੜੀ ਹੈ, ਅੱਖਾਂ ਤੋਂ ਅੰਨੀ, ਕੰਨਾਂ ਤੋਂ ਬੋਲੀ। ਇਹ ਸੈਂਟਰ ਸਰਕਾਰ ਦੀ
ਚਾਪਲੂਸੀ ਕਰਨ ਤੇ J&K ਦਾ ਪੂਰਾ ਨੁਕਸਾਨ, ਸਭ ਤੋਂ ਜ਼ਿਆਦਾ ਪੰਜਾਬੀਅਤ ਦਾ ਨੁਕਸਾਨ ਸਾਡੇ ਸਿੱਖਾਂ ਦਾ ਹੋ ਰਿਹਾ। ਜੇ ਅੱਜ ਆਖੀਰ ਵਿੱਚ ਫਿਰ ਬੇਨਤੀ ਕਰਦਾ ਆਪਣੀਆਂ ਮਾਵਾਂ ਨੂੰ, ਭੈਣਾਂ ਨੂੰ, ਜਿਹੜੇ ਤੁਸੀਂ ਪੰਜਾਬੀ ਨਾਲ ਮਜ਼ਾਕ ਕਰਦੇ ਹੋ ਨਾ, ਹਮਕੋ ਤੁਮਕੋ ਜਿਹੜੀ ਘਰ ਬੱਚਿਆਂ ਨੂੰ ਸਿਖਾਉਂਦੇ ਹੋ, ਇੱਕ ਗੱਲ ਯਾਦ ਰੱਖਿਓ, ਸੰਤ ਜਰਨੈਲ ਸਿੰਘ ਨੇ ਤੁਹਾਡੀ ਸਿਰ ਤੇ ਦਸਤਾਰ ਅਣਖ ਗੈਰਤ ਨਾਲ ਰੱਖੀ ਸੀ। ਆਪਣੀ ਸ਼ਹੀਦੀ ਦੇ ਕੇ ਤੁਹਾਨੂੰ ਜਗਾ ਕੇ ਗਿਆ ਸੀ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ। ਜੇ ਅੱਜ ਤੁਸੀਂ ਫੇਰ ਸੋਗੇ, ਕੱਲ ਤੁਹਾਡੀਆਂ ਕਿਰਪਾਨਾਂ ਵੀ ਖਸੀਆਂ ਜਾਣ, ਤੁਹਾਡੇ ਸਿਰ ਤੋਂ ਦਸਤਾਰਾਂ 200% ਉਤਰਨਗੀਆਂ ਜੇ ਤੁਸੀਂ ਅੱਜ ਵੀ ਇੱਕ ਨਾ ਹੋਏ। ਜਾਓ, ਜੇ ਤੁਸੀਂ ਪੰਜਾਬੀ ਵਿੱਚ ਨਹੀਂ ਆਵਾਜ਼ ਉਠਾ ਸਕਦੇ, ਜਾ ਕੇ ਮੰਦਰਾਂ ਦੇ ਟੱਲ ਖੜਕਾਓ, ਜਾ ਕੇ ਮਸਜਿਦਾਂ ਤੇ ਨਮਾਜ਼ਾਂ ਪੜੋ। ਸਾਡੀ ਲੀਡਰ ਨਲਾਇਕੀ ਨਾਲ ਸਾਡੇ ਟੇਕਰੀ ਤੇ ਪੁਲਿਸ ਨਾਲ ਦਾਖਲ ਹੋਈ, ਉਸ ਤੋਂ ਬਾਅਦ ਮਸਜਿਦ ਕਿੱਥੇ ਤੱਕ ਸੁੱਤੇ ਸਾਂ ਅਸੀਂ। ਸਾਡੇ ਜੋ ਬਜ਼ੁਰਗਾਂ ਨੇ ਕੁਛ ਨੇ ਨੁਕਸਾਨ ਕਰਾਇਆ, ਕੁਛ ਨੇ ਕੌਮ ਨੂੰ ਫਾਇਦਾ ਦਵਾਇਆ, ਪਰ ਨੁਕਸਾਨ ਜ਼ਿਆਦਾ ਤੇ ਫਾਇਦਾ ਘੱਟ ਹੋਇਆ। ਇਸ ਕਰਕੇ ਮੇਰੀ ਆਵਾਮ ਨੂੰ ਬੇਨਤੀ ਹੈ, ਹਰ ਇੱਕ ਬੱਚੇ ਨੂੰ ਆਪਣੀ ਪੰਜਾਬੀ ਮਾਂ ਬੋਲੀ ਨਾਲ ਪਿਆਰ ਕਰੋ। ਜਿੱਦਾਂ ਤੁਹਾਡੀ ਮਾਂ ਤੁਹਾਨੂੰ ਪਾਲ ਪੋਸ ਕੇ ਬੜਾ ਕਰਕੇ ਤੁਹਾਨੂੰ ਕਿ ਯੋਧਾ ਬਣਾਉਂਦੀ ਹੈ, ਇਹ ਸਾਡੀ ਮਾਂ ਬੋਲੀ ਆ ਪੰਜਾਬੀ, ਜਿਹੜੀ ਸਾਨੂੰ ਇਸ ਧਾਰਮਿਕ ਇਸ ਸੰਸਾਰ ਵਿੱਚ ਲਿਆ ਕੇ ਸਾਡੀ ਹੋਂਦ ਨੂੰ ਮਜ਼ਬੂਤ ਕਰਦੀ ਹੈ। ਜੇ ਸਾਡੀ ਪੰਜਾਬੀ ਮਾਂ ਬੋਲੀ ਨਾ ਰਹੀ ਤਾਂ ਫਿਰ ਅਸੀਂ ਵੀ ਨਹੀਂ ਰਹਿਣਾ। ਅੱਜ ਡੋਗਰੇ ਨੂੰ ਬੋਲ ਦੋ, ਤੁਹਾਡੀ ਡੋਗਰੀ ਖੱਸੀ ਜਾਏਗੀ ਤੇ ਰੋੜਾਂ 'ਚ ਬੰਦ ਹੋ ਜਾਣਗੇ। ਮੁਸਲਮਾਨਾਂ ਨੂੰ ਬੋਲੋ, ਤੁਹਾਡੀ ਜਿਹੜੀ ਮਾਂ ਬੋਲੀ ਉਹ ਤੁਹਾਡੇ ਤੋਂ ਖੱਸੀ ਜਾਵੇਗੀ। ਤੇ ਮਜ਼ਾਲ ਨਹੀਂ ਸਰਕਾਰ ਦੀ ਜਾ ਕੇ ਉਹਨਾਂ ਮੁਸਲਮਾਨਾਂ ਨੂੰ ਹੱਥ ਪਾਵੇਗੀ। ਹੱਥ ਪਾਉਣ ਵਾਸਤੇ ਅਕਾਲੀ ਸਿੱਖ ਕਿਉਂ ਬਚੇ ਹਨ? ਸਿੱਖ ਤਾਂ ਬਚੇ ਹਨ ਕਿਉਂਕਿ ਸਾਡਾ ਜ਼ਮੀਰ ਹੁਣ ਸਫੇਦ ਹੋ ਚੁੱਕਾ ਹੈ। ਜੇ ਅੱਜ ਵੀ ਅਸੀਂ ਆਪਣੀ ਕੌਮ ਨਾਲ ਪਿਆਰ ਨਾ ਕੀਤਾ ਤਾਂ ਫਿਰ ਲਾਹਨਤੀਓ, ਯਾਦ ਰੱਖਿਓ, ਨਾ ਤੁਹਾਡਾ ਅੰਮ੍ਰਿਤ ਬਚਣਾ, ਨਾ ਤੁਹਾਡੀਆਂ ਕਿਰਪਾਨਾਂ ਬਚਣ। ਅੱਜ ਆ ਕੇ ਉੱਠੋ, ਇਹਨਾਂ ਸਰਕਾਰਾਂ ਨੂੰ ਜਗਾਓ, ਆਪਣਾ ਹੱਕ ਲੈਣ ਲਈ ਆਪ ਜੱਦੋ ਜਹਿਦ ਕਰਕੇ ਰੋੜਾਂ ਵਿੱਚ ਉਤਰੋ, ਕਿਉਂਕਿ ਅੰਨੀਆਂ ਬੋਲੀਆਂ ਸਰਕਾਰਾਂ ਨੂੰ ਜਗਾਉਣ ਵਾਸਤੇ ਹਮੇਸ਼ਾ ਰੋੜਾਂ ਬੰਦ ਕਰਨੀਆਂ ਪੈਂਦੀਆਂ ਹਨ। ਇੰਨੀਆਂ ਬੇਨਤੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਆਪ ਜੀ ਸਾਰਿਆਂ ਪਾਸ ਬੇਨਤੀ ਹੈ ਜੀ ਕਿ ਅਸੀਂ ਇੱਕ ਰੈਲੀ ਦੇ ਮੁਤਾਬਿਕ ਅਸੀਂ ਲਿੰਕ ਰੋਡ ਤੱਕ ਇੱਕ ਰੋਸ ਮਾਰਚ ਕਰਨਾ ਜੀ। ਬੈਨਰ ਫਰੰਟ ਤੇ ਰੱਖਿਆ ਜਾਵੇ ਤੇ ਜਿਹੜੇ ਵੀ ਸਾਡੇ ਜਿਹੜੇ ਆਪਣਾ ਸਲੋਗਨ ਹਨ ਉਹ ਵੀ ਫਰੰਟ ਤੇ ਰੱਖੇ ਜਾਣ ਜੀ। ਹੁਣ ਆਪਣਾ ਸਥਾਨਕ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਸਰਦਾਰ ਆਪਣਾ ਹਰਬੰਸ ਸਿੰਘ ਜੀ, ਉਹਨਾਂ ਪਾਸ ਬੇਨਤੀ ਹੈ ਜੀ 2 ਮਿੰਟਾਂ ਲਈ ਉਹ ਸਟੇਜ ਉੱਪਰ ਆਉਣਗੇ। ਇੱਕ ਤੇ ਜੋ ਵੀਰ ਸਾਰੇ ਆਏ ਉਹਨਾਂ ਦਾ ਧੰਨਵਾਦ ਵੀ ਕਰਨਗੇ, ਨਾਲ ਹੀ ਇੱਕ ਅਰਜ਼ ਕਰਨਗੇ ਕਿ ਸਾਰੇ ਰੈਲੀ ਵਿੱਚ ਸ਼ਾਮਲ ਹੋਣ ਔਰ ਇਹ ਰੈਲੀ ਅਸੀਂ ਸਿਰਫ ਆਪਣਾ ਲਿੰਕ ਰੋਡ ਕੰਕਲੂਡ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੇ ਪਿਆਰੇ ਸਾਥੀਓ, ਅੱਜ ਅਸੀਂ ਇੱਕ ਉਦੇਸ਼ ਲੈ ਕੇ ਇੱਥੇ ਇਕੱਠੇ ਹੋਏ ਹਾਂ। ਜਿਤਨੇ ਵੀ ਬੁਲਾਰੇ ਸਟੇਜ ਤੇ ਆਏ ਨੇ, ਸਭਨਾਂ ਨੇ ਬੜੇ ਅੱਛੇ ਵਿਚਾਰਾਂ ਆਪ ਦੇ ਸਨਮੁਖ ਰੱਖੇ ਨੇ। ਸਾਧ ਸੰਗਤ ਜੀਓ, ਇਹ ਕੋਈ ਪਹਿਲਾ ਟਾਈਮ ਨਹੀਂ ਹੈ ਜਾਂ ਪਹਿਲੀ ਵਾਰ ਨਹੀਂ ਹੈ ਕਿ ਸਿੱਖ ਕੌਮ ਦੇ ਨਾਲ ਵਿਤਕਰਾ ਹੋਇਆ ਹੈ, ਬਲਕਿ ਹਮੇਸ਼ਾ ਹੈ। ਅੱਜ ਵਿਦੇਸ਼ਾਂ ਵਿੱਚ, ਕੈਨੇਡਾ ਵਿੱਚ, ਇੰਗਲੈਂਡ ਵਿੱਚ ਅਤੇ ਹੋਰ ਕਈ ਦੇਸ਼ਾਂ ਦੇ ਵਿੱਚ ਪੰਜਾਬੀ ਬੋਲੀ ਜਾ ਰਹੀ ਹੈ, ਪੰਜਾਬੀ ਲਿਖੀ ਜਾ ਰਹੀ ਹੈ। ਉੱਥੇ ਦੇ ਸਾਈਨ ਬੋਰਡ, ਉੱਥੇ ਦੇ ਸਾਈਨ ਪੱਥਰ, ਜਿਹੜੇ ਮੀਲ ਪੱਥਰ, ਉਹ ਪੰਜਾਬੀ ਵਿੱਚ ਉਕਰੇ ਨੇ। ਪਰ ਅਫਸੋਸ ਹੈ ਸਾਨੂੰ ਇਸ ਗੌਰਮੈਂਟ ਤੇ ਕਿ ਜਿਨ੍ਹਾਂ ਨੇ ਸਾਡੀ ਪੰਜਾਬੀ ਭਾਸ਼ਾ ਨੂੰ ਨਹੀਂ ਦਿੱਤਾ। ਜੇ ਅਗਰ 5 ਭਾਸ਼ਾ ਨੂੰ ਲੈਂਦਾ ਸਾਨੂੰ ਖੁਸ਼ੀ ਹੈ, ਲੇਕਿਨ ਸਾਨੂੰ ਇਸ ਗੱਲ ਦਾ ਬਹੁਤ ਦੁੱਖ ਹੈ ਕਿ ਬੰਦਾ ਹੱਕ ਕਿਉਂ ਨਹੀਂ ਦਿੱਤਾ ਗਿਆ। ਸਾਧ ਸੰਗਤ ਜੀਓ, ਅਸੀਂ ਇਸ ਹੱਕ ਨੂੰ ਲੈਣ ਲਈ ਤਤਪਰ ਰਹਾਂਗੇ ਔਰ ਤਾਂ ਹੀ ਸਾਨੂੰ ਇਹ ਆਪਣਾ ਜੋ ਹੱਕ ਹੈ ਸਾਨੂੰ ਮਿਲੇਗਾ। ਮੈਂ ਜ਼ਿਆਦਾ ਟਾਈਮ ਨਾ ਲੈਂਦਾ ਹੋਇਆ ਸਭ ਤੋਂ ਪਹਿਲਾਂ ਉਹਨਾਂ ਵੀਰਾਂ ਦਾ ਜਿਨ੍ਹਾਂ ਨੇ ਉਪਰਾਲਾ ਕਰਕੇ ਇਹ ਪ੍ਰੋਗਰਾਮ ਕੀਤਾ, ਉਹਨਾਂ ਦਾ ਬਹੁਤ ਬਹੁਤ ਧੰਨਵਾਦੀ ਹਾਂ। ਮੁਬਾਰਕਬਾਦ ਹਨ ਉਹ ਵੀਰ। ਨਾਲ ਹੀ ਆਪ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਨਾਲ ਹੀ ਮੀਡੀਆ ਵਾਲੇ ਸੱਜਣਾਂ ਦਾ ਬਹੁਤ ਬਹੁਤ ਧੰਨਵਾਦ, ਜਿਹੜੇ ਸਾਡੀ ਇਸ ਆਵਾਜ਼ ਨੂੰ ਦੂਰ ਤੱਕ ਪਹੁੰਚਾਉਣ ਦਾ ਯਤਨ ਕਰਨਗੇ। ਔਰ ਜਿਹੜੇ ਪੁਲਿਸ ਦੇ ਸਾਥੀ ਆਏ ਨੇ, ਪੁਲਿਸ ਦੇ ਬੰਦੇ ਆਏ ਨੇ, ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਆ ਕੇ ਸਾਰਾ ਸੰਭਾਲਣ ਦਾ ਯਤਨ ਕੀਤਾ ਹੈ। ਆਓ ਹੁਣ ਸਾਰੇ ਅਸੀਂ ਲਿੰਕ ਰੋਡ ਤੱਕ ਜੋ ਪੈਦਲ ਮਾਰਚ ਕਰਨਾ ਹੈ, ਅੱਗੇ ਬੈਨਰ ਹੋਏਗਾ, ਨਾਲ ਨਾਲ ਸਾਡਾ ਜੋ ਬਾਕੀ ਦੇ ਮਿੱਤਰ ਸਾਥੀ ਨਾਲ ਚੱਲਣਗੇ, ਸਰਪੰਚ ਸਾਹਿਬ ਵਿੰਦਰ ਜੀ, ਮੇਰੇ ਰਾਜਿੰਦਰ ਸਿੰਘ ਜੀ ਵੀਰ ਜੀ ਨਾਲ ਚੱਲਣਗੇ। ਉਹਨਾਂ ਦੇ ਪਿੱਛੇ ਅਸਾਂ ਸਾਰਿਆਂ ਨੇ ਇੱਕ ਆਵਾਜ਼ ਹੋ ਕੇ ਚੱਲਣਾ ਹੈ। ਇੱਕ ਵਾਰੀ ਫਿਰ
ਸਾਰਿਆਂ ਦਾ ਬਹੁਤ 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 ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਾ ਕੋਈ ਤਰ੍ਹਾਂ ਨਹੀਂ ਬੋਲੇ ਕੀ ਗੱਲ ਪੰਜਾਬੀ ਭਾਸ਼ਾ ਲਾਗੂ ਕਰੋ, ਲਾਗੂ ਕਰੋ, ਲਾਗੂ ਕਰੋ। ਪੰਜਾਬੀ ਭਾਸ਼ਾ ਲਾਗੂ ਕਰੋ, ਲਾਗੂ ਕਰੋ, ਲਾਗੂ ਕਰੋ। ਪੰਜਾਬੀ ਭਾਸ਼ਾ ਲਾਗੂ ਕਰੋ, ਲਾਗੂ ਕਰੋ, ਲਾਗੂ ਕਰੋ। ਮੋਦੀ ਸਰਕਾਰ ਹੋਸ਼ में आओ, होश में आओ, होश में आओ। सेंटर सरकार होश में आओ, होश में आओ, होश में आओ। पंजाबी भाषा लागू करो, लागू करो, लागू करो। ਪੰਜਾਬੀ ਭਾਸ਼ਾ ਲਾਗੂ ਕਰੋ, लागू करो, ਪੰਜਾਬੀ ਭਾਸ਼ਾ ਲਾਗੂ ਕਰੋ, लागू करो, लागू करो। सेंट्रल गवर्नमेंट होश में आओ, होश में आओ, होश में आओ, सेंट्रल गवर्नमेंट होश में आओ, होश में आओ, होश में आओ। धक्का बर्दाश्त नहीं करेंगे, नहीं करेंगे, नहीं करेंगे, केंद्र सरकार नहीं करेंगे, नहीं करेंगे, नहीं करेंगे। सेंट्रल गवर्नमेंट होश में आओ, होश में आओ, होश में आओ, सेंट्रल गवर्नमेंट होश में आओ, होश में आओ, होश में आओ। पंजाबी भाषा लागू करो। सेंटर गवर्नमेंट होश में आओ, होश में आओ, होश में आओ। पंजाबी भाषा लागू करो, लागू करो, लागू करो। पंजाबी भाषा लागू करो, लागू करो, लागू करो। सिक्खां दे नाल धक्का बंद करो, बंद करो, बंद करो। सिक्खां दे नाल धक्का बंद करो, बंद करो, बंद करो। सेंटर गवर्नमेंट होश में आओ, होश में आओ, होश में आओ। पंजाबी भाषा लागू करो, लागू करो, लागू करो। पंजाबी भाषा लागू करो, लागू करो, लागू करो। सिक्खां दे नाल धक्का बंद करो, बंद करो, बंद करो। सिक्खां दे नाल धक्का बंद करो, बंद करो, बंद करो। बोले सोनिया, सेंट्रल सरकार मुर्दाबाद, मुर्दाबाद, मुर्दाबाद। सेंट्रल सरकार मुर्दाबाद, मुर्दाबाद, मुर्दाबाद। सेंट्रल सरकार मुर्दाबाद, मुर्दाबाद, मुर्दाबाद। लंगड़ी सरकार मुर्दाबाद, मुर्दाबाद, मुर्दाबाद। लंगड़ी सरकार मुर्दाबाद, मुर्दाबाद, मुर्दाबाद। यूटी सरकार मुर्दाबाद, मुर्दाबाद। यूटी सरकार मुर्दाबाद, मुर्दाबाद, मुर्दाबाद। पंजाबी भाषा लागू करो, लागू करो, लागू करो। पंजाबी भाषा लागू करो, लागू करो, लागू करो। पंजाबी भाषा लागू करो, लागू करो, लागू करो। मोदी मोदी होश में आ, होश में आ, होश में आ। मोदी मोदी होश में आ, होश में आ, होश में आ। सेंटर सरकार मुर्दाबाद, मुर्दाबाद, मुर्दाबाद। बोले सोनिया, सेंटर सरकार होश में आओ, होश में आओ, होश में आओ। पंजाबी भाषा लागू करो, लागू करो, लागू करो। पंजाबी भाषा लागू करो, लागू करो। सिक्खां दे नाल धक्का बंद करो, सिक्खां दे नाल धक्का बंद करो, बंद करो, बंद करो। पंजाबी भाषा लागू करो, लागू करो, लागू करो। पंजाबी भाषा लागू करो, लागू करो, लागू करो। सेंटर सरकार होश में आओ, होश में आओ, होश में आओ। सेंटर सरकार होश में आओ, होश में आओ, होश में आओ। पंजाबी भाषा लागू करो, लागू करो, लागू करो। पंजाबी भाषा करो, लागू करो। सिक्खां दे नाल धक्का बंद करो, बंद करो, बंद करो। सेंटर सरकार होश में आओ, होश में आओ, होश में आओ।
ਸੈਂਟਰ ਸਰਕਾਰ ਨੂੰ ਚੇਤਾਵਨੀ ਦਿੰਦਾ ਹਾਂ ਕਿ ਅਗਰ ਪੰਜਾਬੀ ਭਾਸ਼ਾ ਨੂੰ ਇਸ ਸੰਸਥਾ ਦੇ ਵਿੱਚ ਲਾਗੂ ਨਾ ਕੀਤਾ ਗਿਆ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਮੋਦੀ ਸਰਕਾਰ ਸਾਡੀਆਂ ਮੰਗਾਂ ਪੂਰੀਆਂ ਕਰੋ, ਸਾਡੀਆਂ ਮੰਗਾਂ ਪੂਰੀਆਂ ਕਰੋ। ਮੋਦੀ ਸਰਕਾਰ ਅਸੀਂ ਕੀ ਚਾਹੁੰਦੇ ਹਾਂ? ਇਨਸਾਫ ਦੇ ਅੱਗੇ, ਇਨਸਾਫ ਦੇ ਅੱਗੇ। ਮੋਦੀ ਸਰਕਾਰ ਮੁਰਦਾਬਾਦ, ਸੈਂਟਰ ਸਰਕਾਰ ਮੁਰਦਾਬਾਦ, ਸੈਂਟਰ ਸਰਕਾਰ ਮੁਰਦਾਬਾਦ। ਮਾਂ ਬੋਲੀ ਲਾਗੂ ਕਰੋ, ਮਾਂ ਬੋਲੀ ਲਾਗੂ ਕਰੋ, ਪੰਜਾਬੀ ਭਾਸ਼ਾ ਲਾਗੂ ਕਰੋ, ਪੰਜਾਬੀ ਭਾਸ਼ਾ ਲਾਗੂ ਕਰੋ। ਸੈਂਟਰ ਸਰਕਾਰ ਹਾਏ ਹਾਏ, ਸੈਂਟਰ ਸਰਕਾਰ ਹਾਏ ਹਾਏ, ਮੋਦੀ ਸਰਕਾਰ ਹਾਏ ਹਾਏ, ਮੋਦੀ ਸਰਕਾਰ ਹਾਏ ਹਾਏ, ਬਾਦਲ ਸਰਕਾਰ ਹਾਏ ਹਾਏ, ਬਾਦਲ ਸਰਕਾਰ ਹਾਏ ਹਾਏ, ਸੈਂਟਰ ਸਰਕਾਰ ਹਾਏ ਹਾਏ, ਸੈਂਟਰ ਸਰਕਾਰ ਹਾਏ ਹਾਏ, ਮੋਦੀ ਸਰਕਾਰ ਹਾਏ ਹਾਏ, ਪੰਜਾਬੀ ਭਾਸ਼ਾ ਲਾਗੂ ਕਰੋ, ਪੰਜਾਬੀ ਭਾਸ਼ਾ ਲਾਗੂ ਕਰੋ। ਬੋਲੇ ਸੋ ਨਿਹਾਲ। ਸਰਕਾਰ ਹੋਸ਼ ਮੇ ਆਓ, ਹੋਸ਼ ਮੇ ਆਓ, ਹੋਸ਼ ਮੇ ਆਓ। ਸੈਂਟਰ ਸਰਕਾਰ ਹੋਸ਼ ਮੇ ਆਓ, ਹੋਸ਼ ਮੇ ਆਓ, ਹੋਸ਼ ਮੇ ਆਓ। ਪੰਜਾਬੀ ਭਾਸ਼ਾ ਲਾਗੂ ਕਰੋ, ਲਾਗੂ ਕਰੋ। ਪੰਜਾਬੀ ਭਾਸ਼ਾ ਲਾਗੂ ਕਰੋ, ਲਾਗੂ ਕਰੋ, ਲਾਗੂ ਕਰੋ। ਪੰਜਾਬੀ ਭਾਸ਼ਾ ਲਾਗੂ ਕਰੋ, ਲਾਗੂ ਕਰੋ, ਲਾਗੂ ਕਰੋ। ਸਿੱਖਾਂ ਦੇ ਨਾਲ ਧੱਕਾ ਬੰਦ ਕਰੋ, ਬੰਦ ਕਰੋ, ਬੰਦ ਕਰੋ। ਸਿੱਖਾਂ ਦੇ ਨਾਲ ਧੱਕਾ ਬੰਦ ਕਰੋ, ਬੰਦ ਕਰੋ, ਬੰਦ ਕਰੋ। ਸਿੱਖਾਂ ਦੇ ਨਾਲ ਧੱਕਾ ਬੰਦ ਕਰੋ, ਬੰਦ ਕਰੋ, ਬੰਦ ਕਰੋ। ਮੋਦੀ ਸਰਕਾਰ ਹਾਏ ਹਾਏ, ਮੋਦੀ ਸਰਕਾਰ ਹਾਏ ਹਾਏ, ਸੈਂਟਰ ਸਰਕਾਰ ਹਾਏ ਹਾਏ, ਸੈਂਟਰ ਸਰਕਾਰ ਹਾਏ ਹਾਏ। ਸੈਂਟਰ ਸਰਕਾਰ ਹੋਸ਼ ਮੇ ਆਓ, ਹੋਸ਼ ਮੇ ਆਓ, ਹੋਸ਼ ਮੇ ਆਓ। ਸੈਂਟਰ ਸਰਕਾਰ ਹੋਸ਼ ਮੇ ਆਓ, ਹੋਸ਼ ਮੇ ਆਓ, ਹੋਸ਼ ਮੇ ਆਓ। ਮੋਦੀ ਸਰਕਾਰ ਹੋਸ਼ ਮੇ ਆਓ, ਹੋਸ਼ ਮੇ ਆਓ, ਹੋਸ਼ ਮੇ ਆਓ। ਸੈਂਟਰ ਸਰਕਾਰ ਹੋਸ਼ ਮੇ ਆਓ। ਬੋਲੇ ਸੋ ਨਿਹਾਲ, ਬੋਲੇ ਸੋ ਨਿਹਾਲ। ਪੰਜਾਬੀ ਭਾਸ਼ਾ ਲਾਗੂ ਕਰੋ, ਲਾਗੂ ਕਰੋ, ਲਾਗੂ ਕਰੋ। ਪੰਜਾਬੀ ਭਾਸ਼ਾ ਲਾਗੂ ਕਰੋ, ਲਾਗੂ ਕਰੋ, ਲਾਗੂ ਕਰੋ। ਪੰਜਾਬੀ ਭਾਸ਼ਾ ਲਾਗੂ ਕਰੋ, ਲਾਗੂ ਕਰੋ, ਲਾਗੂ ਕਰੋ। ਸੈਂਟਰ ਸਰਕਾਰ ਹੋਸ਼ ਮੇ ਆਓ, ਹੋਸ਼ ਮੇ ਆਓ, ਹੋਸ਼ ਮੇ ਆਓ। ਸੈਂਟਰ ਸਰਕਾਰ ਹੋਸ਼ ਮੇ ਆਓ, ਹੋਸ਼ ਮੇ ਆਓ, ਹੋਸ਼ ਮੇ ਆਓ। ਸੈਂਟਰ ਸਰਕਾਰ ਹੋਸ਼ ਮੇ ਆਓ, ਹੋਸ਼ ਮੇ ਆਓ, ਹੋਸ਼ ਮੇ ਆਓ। ਬੋਲੇ ਸੋ ਨਿਹਾਲ। ਜਿਵੇਂ ਕਿ ਤੁਸੀਂ ਦੇਖ ਰਹੇ ਹੋ ਇਸ ਤਰੀਕੇ ਨਾਲ ਇਹ ਰੋਸ ਮੁਜ਼ਾਹਰਾ ਜਿਹੜਾ ਜਿਹੜੀ ਲੋਕਲ ਸੰਗਤ ਆ ਉਹਨਾਂ ਦੀ ਤਰਫੋਂ ਕੀਤਾ ਗਿਆ। ਆਓ ਅਸੀਂ ਇਸ ਬਾਰੇ ਗੱਲਬਾਤ ਵੀ ਕਰਾਂਗੇ ਕੁਝ ਵਿਚੇ ਜਿਹੜੇ ਸੱਜਣ ਇੱਥੇ ਲਾ ਅੱਛਾ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੀ ਕਹਿਣਾ ਚਾਹੋਗੇ ਜੋ ਪੰਜਾਬੀ ਮਾਂ ਬੋਲੀ ਨਾਲ ਧੱਕਾ ਹੋ ਰਿਹਾ ਹੈ ਅੱਜ ਇਸ ਸਮੇਂ ਤੇ ਤੁਸੀਂ ਅੱਜ ਇਹ ਜੋ ਪ੍ਰੋਟੈਸਟ ਕੀਤਾ ਹੈ ਬੜਾ ਸ਼ਾਂਤਮਈ ਤਰੀਕੇ ਨਾਲ ਮਾਰਚ ਵੀ ਕੱਢਿਆ ਹੈ ਤੇ ਬੜੀਆਂ ਦਲੀਲਾਂ ਵੀ ਦਿੱਤੀਆਂ ਗਈਆਂ ਨੇ, ਕੀ ਕਹਿਣਾ ਚਾਹੋਗੇ ਤੁਸੀਂ? ਅੱਜ ਦਾ ਇਹ ਜੋ ਪ੍ਰੋਟੈਸਟ ਹੈ ਸਾਰੀ ਸਿੱਖ ਕੌਮ ਵੱਲੋਂ, ਬਲਕਿ ਕੌਮ ਵੱਲੋਂ ਨਹੀਂ, ਜੇ ਅਸੀਂ ਅੱਜ ਦੇਖੀਏ ਇਸ ਇਲਾਕੇ ਵਿੱਚ ਜਿਤਨੇ ਵੀ ਲੋਕ ਹਨ, ਚਾਹੇ ਉਹ ਕੋਈ ਮੁਸਲਮਾਨ ਹੈ, ਚਾਹੇ ਉਹ ਕਿਸੇ ਹੋਰ ਧਰਮ ਨਾਲ ਹੋਰ ਹਿੰਦੂ ਹੈ ਜਾਂ ਕਿਸੇ ਜਾਤੀ ਨਾਲ ਵੀ ਤਲਕ ਰੱਖਣ ਵਾਲਾ ਹੈ, ਉਹ ਸਾਰੇ ਹੀ ਇਸ ਇਲਾਕੇ ਦੇ ਪੰਜਾਬੀ ਬੋਲਣ ਵਾਲੇ ਲੋਕੀ ਹਨ। ਉਹਨਾਂ ਦੀ ਭਾਸ਼ਾ ਇੱਥੇ ਪੰਜਾਬੀ ਹੈ। ਅੱਜ ਪੰਜਾਬੀ ਭਾਸ਼ਾ ਨਾਲ ਜੋ ਵਿਤਕਰਾ ਕੀਤਾ ਗਿਆ ਹੈ, ਇਸ ਵਾਸਤੇ ਕੇਵਲ ਤਾਂ ਕੇਵਲ ਇਹ ਜੇ ਅਸੀਂ ਇੱਕ ਸਵਾਲ ਕਰ ਸਕਦੇ ਹਾਂ ਕਿ ਸਿੱਖ ਹੀ ਕਿਉਂ ਪ੍ਰੋਟੈਸਟ ਕਰ ਰਹੇ ਨੇ। ਅੱਜ ਸਿੱਖਾਂ ਦੇ ਅੰਦਰ ਮੋਦੀ ਸਰਕਾਰ ਨੂੰ ਅਸੀਂ ਇਹ ਗੱਲ ਦੱਸਣਾ ਚਾਹੁੰਦੇ ਹਾਂ ਕਿ ਸਾਰਾ ਇੱਕ J&K ਜਦੋਂ ਤੋਂ ਤੁਸੀਂ ਯੂਟੀ ਬਣਾਈ ਹੈ, ਯੂਟੀ ਬਣਾਉਣ ਤੋਂ ਬਾਅਦ ਕੇਵਲ ਇੱਕ J&K ਦੀ ਗੱਲ ਨਹੀਂ, ਪੂਰੇ ਹਿੰਦੁਸਤਾਨ ਦੀ ਗੱਲ ਨਹੀਂ, ਬਲਕਿ ਪੂਰੇ ਵਰਲਡ ਦੀ ਗੱਲ ਵਿੱਚੋਂ ਇਹ ਆਵਾਜ਼ ਆ ਰਹੀ ਹੈ ਕਿ ਇਹ ਜੋ ਸਰਕਾਰ ਅੱਜ BJP ਦੀ ਸਰਕਾਰ ਬਣੀ ਹੈ ਔਰ ਜੋ RSS ਦੇ ਕਹਿਣੇ ਦੇ ਉੱਤੇ ਇੱਕ ਡਾਂਸ ਕਰ ਰਹੀ ਹੈ, ਇਹਦੇ ਨਾਲ ਇਹ ਜਿੱਥੇ ਛੋਟੀਆਂ ਦੂਜੀਆਂ ਕੌਮਾਂ ਨਾਲ ਧੱਕਾ ਕਰ ਰਹੀ ਹੈ, ਉੱਥੇ ਅੱਜ ਸਿੱਖਾਂ ਨੂੰ ਵੀ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹ ਅੱਜ ਸਿੱਖਾਂ ਦੇ ਅੰਦਰ ਇੱਕ ਐਸਾ ਸਹਿਮ ਬਣਿਆ ਹੈ ਕਿ ਕਿਸੇ ਸਾਜ਼ਿਸ਼ ਦੇ ਅਧੀਨ ਇਹ ਜਿਹੜੀ ਪੰਜਾਬੀ ਬੋਲੀ ਨਾਲ ਧੱਕਾ ਕੀਤਾ ਇਸ ਸਰਕਾਰ ਨੇ, ਇਹ ਇਸ ਦੀ ਕੋਈ ਕੜੀ ਪਿੱਛੋਂ ਚੱਲਦੀ ਆ ਰਹੀ ਹੈ। ਅਸੀਂ ਮੋਦੀ ਸਰਕਾਰ ਨੂੰ ਇੱਕ ਗੱਲ ਦੱਸਣਾ ਚਾਹੁੰਦੇ ਹਾਂ
ਕਿ ਜੇ ਤੁਸੀਂ ਗੁਰੂ ਨਾਨਕ ਨੂੰ ਮੰਨਣ ਵਾਲੇ ਹੋ, ਤੁਸੀਂ ਸੁਪਰੀਮ ਕੋਰਟ ਵੀ ਰਾਮ ਮੰਦਿਰ ਦਾ ਫੈਸਲਾ ਗੁਰੂ ਨਾਨਕ ਦੀ ਵਿਟਨੈਸ ਨਾਲ ਲੈ ਸਕਦੇ ਹੋ। ਉੱਥੇ ਇਹ ਦਿੱਤਾ ਗਿਆ ਕਿ ਗੁਰੂ ਨਾਨਕ ਅਯੁੱਧਿਆ ਵਿੱਚ ਗਿਆ ਹੈ। ਜੱਜਾਂ ਨੇ ਵੀ ਇਹ ਗੱਲ ਕਹਿ ਦਿੱਤੀ ਹੈ ਕਿ ਗੁਰੂ ਨਾਨਕ ਅਯੁੱਧਿਆ ਵਿੱਚ ਗਿਆ, ਇਸ ਵਾਸਤੇ ਅਯੁੱਧਿਆ ਦਾ ਮੰਦਿਰ ਜਿਹੜਾ ਸੀ ਉਹ ਰਾਮ ਮੰਦਿਰ ਸੀ। ਤੁਸੀਂ ਗੁਰੂ ਨਾਨਕ ਦੇ ਕਹਿਣ ਦੇ ਉੱਤੇ ਰਾਮ ਮੰਦਿਰ ਦਾ ਫੈਸਲਾ ਸੁਪਰੀਮ ਕੋਰਟ ਕੋਲੋਂ ਲੈ ਸਕਦੇ ਹੋ, ਤੇ ਫਿਰ ਕਿਉਂ ਕੀਤਾ ਜਾ ਰਿਹਾ ਹੈ? ਅਸੀਂ ਜਦੋਂ ਦੇਖਦੇ ਹਾਂ 1984 ਵਿੱਚ, ਚਾਹੇ ਉਹ ਸਰਕਾਰ ਕਾਂਗਰਸ ਦੀ ਹੋਵੇ, ਚਾਹੇ ਉਹ ਬੀਜੇਪੀ ਦੀ ਸਰਕਾਰ ਹੋਵੇ, ਜਦ ਅਸੀਂ ਬਾਇਓਗ੍ਰਾਫੀ ਇੰਦਰਾ ਗਾਂਧੀ ਦੀ ਪੜ੍ਹਦੇ ਹਾਂ ਜੋ ਉਸ ਦੀ ਨਿਕਟਵਰਤੀ ਨੇ ਲਿਖੀ ਹੈ, ਉੱਥੇ ਵੀ ਇੰਦਰਾ ਗਾਂਧੀ ਕਹਿੰਦੀ ਹੈ ਕਿ ਮੈਨੂੰ ਜੋ ਸ਼ਾਹ ਦਿੱਤੀ ਗਈ, ਮੈਨੂੰ ਜੋ ਮਜਬੂਰ ਕੀਤਾ ਗਿਆ, ਚਾਹੇ ਉਹ ਅਕਾਲੀ ਸਨ ਤੇ ਚਾਹੇ ਉਹ ਮੈਨੂੰ ਬੀਜੇਪੀ ਦੇ ਜ਼ੋਰ ਨਾਲ ਮੈਨੂੰ ਹਮਲਾ ਕਰਨਾ ਪੈ ਗਿਆ। ਉਸ ਦੇ ਵਿੱਚ ਅਸੀਂ ਇਹ ਗੱਲ ਜ਼ਰੂਰ ਕਵਾਂਗੇ ਕਿ ਸਿੱਖਾਂ ਦੇ ਅੰਦਰ ਇਹ ਸਹਿਮ ਵੱਧਦਾ ਹੀ ਜਾ ਰਿਹਾ ਮੋਦੀ ਸਾਹਿਬ ਕਿ ਤੁਸੀਂ ਸਿੱਖਾਂ ਨਾਲ ਧੱਕਾ ਕਰ ਰਹੇ ਹੋ। ਇਹ ਉਸੇ ਦੀ ਇੱਕ ਕੜੀ ਹੈ ਕਿ ਅੱਜ ਜਿੱਥੇ ਬਾਕੀ ਭਾਸ਼ਾ ਨੂੰ ਤੁਸੀਂ ਮਾਨਤਾ 5 ਭਾਸ਼ਾ ਨੂੰ ਦਿੱਤਾ, ਸਾਨੂੰ ਖੁਸ਼ੀ ਹੈ ਉਹਨਾਂ ਭਾਸ਼ਾ ਦੇ ਨਾਲ ਕਿ ਤੁਸੀਂ ਉਹ ਭਾਸ਼ਾ ਦਿੱਤੀਆਂ ਨੇ, ਕਿਉਂਕਿ ਸਾਡੇ ਗੁਰੂ ਦਾ ਹੁਕਮ ਹੈ, ਸਾਡੇ ਗੁਰੂ ਦਾ ਹੁਕਮ, ਸਾਡੇ ਜੋ ਬਾਣੀ, ਇਸ ਵਾਸਤੇ ਸਿੱਖਾਂ ਨੂੰ ਵੀ ਮਰਜ਼ਾਦਾ ਦੇ ਅੰਦਰ ਹਦਾਇਤ ਹੈ ਕਿ ਉਹ ਹਰ ਇੱਕ ਭਾਸ਼ਾ ਦੀ ਜਾਣਕਾਰੀ ਰੱਖਣ, ਹਰ ਭਾਸ਼ਾ ਨੂੰ ਪੜ੍ਹਨ। ਪਰ ਤੁਸੀਂ ਸਾਡੀ ਬੋਲੀ ਨਾਲ ਜੋ ਬੇਇਨਸਾਫੀ ਕੀਤੀ ਹੈ, ਇਸ ਨੂੰ ਅਸੀਂ ਮੱਦੇਨਜ਼ਰ ਰੱਖਦੇ ਹਾਂ ਅੱਜ ਪ੍ਰੋਟੈਸਟ ਕਰ ਰਹੇ ਹਾਂ। ਦੂਸਰੀ ਗੱਲ, ਇਹ ਗੱਲ ਅਸੀਂ ਕਹਿ ਦਈਏ, ਮੈਂ ਆਪਣੀ ਗੱਲ ਤੁਹਾਡੇ ਨਾਲ ਕਰਦਾ। ਹਾਇਰ ਸੈਕੰਡਰੀ ਸਕੂਲ ਆਰਸਪੁਰਾ ਵਿੱਚ ਜੋ ਇੱਥੇ ਬੁਲਾਰਿਆਂ ਨੇ ਬੋਲਿਆ ਕਿ ਰੇਲਵੇ ਸਟੇਸ਼ਨ ਦੇ ਉੱਤੇ 3 ਭਾਸ਼ਾ ਲਿਖੀਆਂ ਸਨ, ਅੰਗਰੇਜ਼ੀ, ਉਰਦੂ ਔਰ ਪੰਜਾਬੀ। 3 ਭਾਸ਼ਾ ਵਿੱਚ ਉਹ ਵਰਡ ਅੱਜ ਤੱਕ ਵੀ ਲਿਖੇ ਮਿਲਦੇ ਨੇ। ਪਰ ਮੈਂ ਹਾਇਰ ਸੈਕੰਡਰੀ ਸਕੂਲ ਵਿੱਚ ਪੜ੍ਹਦਾ ਸਾਂ, ਪੰਜਾਬੀ ਕਲਾਸਾਂ ਸਾਡੀਆਂ ਲੱਗਦੀਆਂ ਸਨ, ਸਾਡਾ ਪੰਜਾਬੀ ਟੀਚਰ ਹੁੰਦਾ ਸੀ, ਔਰ ਮੈਂ ਇਸੇ ਹੀ JNK ਦੇ ਅੰਦਰੋਂ ਇੱਥੇ ਸਾਡੀ ਪੰਜਾਬੀ ਭਾਸ਼ਾ ਸੀ। ਚਾਹੇ ਉਹ ਸਰਕਾਰ ਕਾਂਗਰਸ ਦੀ ਆਈ, ਚਾਹੇ ਉਹ ਸਰਕਾਰ BJP ਦੀ ਆਈ, ਤੁਸੀਂ ਧੱਕਾ ਕਰਦਿਆਂ ਆਹਿਸਤਾ ਇਸ ਬੋਲੀ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਹੈ। ਅੱਜ ਐਸੀ ਮਨੋਬਤ ਤੇ ਪੁੱਜੇ ਹੋ, ਤੁਸੀਂ 5 ਬੋਲੀਆਂ ਨੂੰ ਮਾਨਤਾ ਦਿੱਤੀ ਹੈ, ਪੰਜਾਬੀ ਨੂੰ ਤੁਸੀਂ ਇੱਕ ਪਾਸੇ ਕੀਤੀ ਹੈ, ਤੇ ਸਿੱਖ ਇਹ ਚੀਜ਼ ਸਮਝ ਜਾਣਬੁੱਝ ਕੇ ਕਿਸੇ ਸਾਜ਼ਿਸ਼ ਅਧੀਨ ਇਸ ਚੀਜ਼ ਨਾਲ ਸਿੱਖਾਂ ਨਾਲ ਧੱਕਾ ਕਰ ਰਹੇ ਹੋ। ਅਸੀਂ ਤੁਹਾਡੇ ਤੱਕ ਇਹ ਆਵਾਜ਼ ਪਹੁੰਚਾਉਣਾ ਚਾਹੁੰਦੇ ਹਾਂ ਕਿ ਸਿੱਖ ਕਿਉਂ ਸੜਕਾਂ ਤੇ ਆ ਰਹੇ ਨੇ। ਕੋਵਿਡ-19 ਦੇ ਕਾਰਨ ਇਹ ਗੱਲ ਮਤ ਸਮਝਣਾ ਕਿ ਸਿੱਖ ਸਾਡੀ ਥੋੜੀ ਗਿਣਤੀ ਹੈ, ਕਿਉਂਕਿ ਜੋ ਇੱਥੇ ਪ੍ਰਬੰਧਕ ਨੇ ਉਹਨਾਂ ਦੀ ਵੀ ਹਦਾਇਤ ਸੀ ਕਿ ਬਹੁਤ ਜ਼ਿਆਦਾ ਅਸੀਂ ਡਿਸਟੈਂਸ ਰੱਖ ਕਰਕੇ ਤੇ ਅਸੀਂ ਇਹ ਪ੍ਰੋਟੈਸਟ ਜਿਹੜਾ ਉਹ ਕਰਾਂਗੇ। ਐਸਾ ਨਾ ਹੋ ਜਾਵੇ ਕਿ ਤੁਹਾਡੀਆਂ ਰੋਡਾਂ ਬਲਾਕ ਹੋ ਜਾਣ, ਕੋਵਿਡ-19 ਇੱਕ ਪਾਸੇ ਰਹਿ ਜਾਵੇ, ਫਿਰ ਕੋਈ ਵੀ ਇੱਥੇ ਨਹੀਂ ਹਦਾਇਤ ਨਹੀਂ ਰੱਖੀ ਜਾਵੇਗੀ। तो मैं आप जी दे केवल सेंटर गौरमेंट को असी ये गल कहना चाहते हैं कि सिख क्यों इत्थे आंदे ने। सिख इस वास्ते आंदे ने कि साडा ग्रंथ जो है वो केवल इस भाषा दे विच है, साडे भाषा दे नाल नहीं, तुसी साडे ग्रंथ दे धक्का कर रहे हो। इस वास्ते अज साडा सारिਆਂ ਦਾ प्रोटेस्ट ये गल है। मैं फिर आप जी अगे मैं सेंटर सरकार मोदी साहब ਨੂੰ भी ये गल कहांगा कि जे तुसी राज करना सीखना है वो सिखो महाराजा रणजीत सिंह कोलों, जिस दे राज दे अंदर उन्होंने मसीतां भी बनाईयां, उन्होंने मंदिर भी बनाए, किसी राजे कोल नहीं। जे दर्रा खैबर दे जाके कब्जा किया तो केवल खालसा राज ने किया सी, उन्हां कोलों सिखो। अज तक तुसी दर्रा खैबर तक नहीं अपना इलाका ला सके, लेकिन महाराजा रणजीत सिंह ने दर्रा खैबर तक भी वो अफगानिस्तान तक अपनी हद्दां कायम कीतियां। ये जो जम्मू कश्मीर का इलाका कदे भी हिंदुस्तान का यह अंग नहीं रहा, बल्कि खालसा राज का अंग है। अज भी असी 26% साडियां जमीनां जिहड़ियां वो खालसा सरकार दे नाम ते बोलदियां पईयां ने, ये खालसा सरकार दियां जगह ने। ते तुसी अज इस बोली नाल जे इतना वितकरा करोगे तो ये जो सिखां दे अंदर होर जो सहम बनता जा रहा है, इस तो सिखां दे अंदर ये गल पूर्ण तौर पर विश्वास बन रहा है कि जो सरकार है सिखां नूं ढाना चाहती है, घट गिनतियां नूं मारना चाहती है। तो आज बोली तो तुसी इसका प्रभाव पाना चाहते हो। तो असी यही बेनती तुहाडे अगे करांगे कि तुसी जेकर हिंदुस्तान हमारा, हम बुलबुलें हैं इसकी, ये गुलस्तान हमारा, ये किसी सिख ने नहीं जे लिखिया, ये मोहम्मद इकबाल दा है। तो मोहम्मद इकबाल दा ये तुसी जो गाने ने ये तुसी आम स्टेजां ते बुलांदे हो, बड़े खुश होंदे हो। उससे मोहम्मद इकबाल दी आखिर उठी सदा तौहीद की पंजाब से, एक मर्दे कामिल ने जगाया ख्वाब से। उस गुरु नानक की गल क्यों नहीं करते? जे गुरु नानक की गल तुसी राम मंदिर लै सकते हो, नानक दा वो विटनेस लै करके, ते अज गुरु नानक दे 3 गुरुद्वारे नाल धक्का होया है। मैं अपनी सिख कौम नूं दस दियां, गोदड़ी साहब गुरुद्वारा साडे कोलों तुसी खो लिया, मंगू मठ गुरुद्वारा तुसी साडे कोलों खो लिया इस सरकार ने, डांग मार गुरुद्वारा साडे उत्थे मंदिरां दे टल बजाने शुरू कर दिते।
ਜੇ ਤੁਸੀਂ ਸੈਕੂਲਰਿਜ਼ਮ ਸਮਝਦੇ ਹੋ, ਤੁਸੀਂ ਕਹਿੰਦੇ ਹੋ ਕਿ ਡੈਮੋਕ੍ਰੈਟਿਕ ਕੰਟਰੀ ਹੈ, ਤੇ ਜੇ ਡੈਮੋਕ੍ਰੈਟਿਕ ਕੰਟਰੀ ਹੈ ਤੇ ਆਓ ਇੱਕ ਇਨਸਾਫ ਕਰੋ। ਤੁਹਾਡੀ ਸਰਕਾਰ ਦੇ ਹੁੰਦਿਆਂ ਅੱਜ ਇਹ ਚੀਜ਼ਾਂ ਗਈਆਂ ਨਾ। ਅੱਜ ਕਿਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਜਾ ਰਹੀ ਹੈ, ਕਿਤੇ ਸਿੱਖਾਂ ਦੀ ਬੇਇੱਜ਼ਤੀ ਕੀਤੀ ਜਾ ਰਹੀ ਹੈ, ਤੇ ਅੱਜ ਸਿੱਖਾਂ ਵਿੱਚ ਕੇਵਲ ਇਹੋ ਗੱਲ ਪੂਰਨ ਤੌਰ ਤੇ ਵਿਸ਼ਵਾਸ ਬਣਦਾ ਜਾ ਰਿਹਾ ਕਿ ਇਹ ਜਾਣ-ਬੁੱਝ ਕੇ ਤੁਸੀਂ ਕਿਸੇ ਸਾਜ਼ਿਸ਼ ਅਧੀਨ ਕਰ ਰਹੇ ਹੋ। ਇਸ ਵਾਸਤੇ ਇਸ ਵਿਤਕਰੇ ਨੂੰ ਬੰਦ ਕਰੋ। ਅਸੀਂ ਤੁਹਾਡੇ ਅੱਗੇ ਇੱਕ ਰਿਕੁਐਸਟ ਕਰਕੇ ਪ੍ਰੋਟੈਸਟ ਕਰ ਰਹੇ ਹਾਂ ਕਿ ਇਹ ਜੋ ਤੁਸੀਂ ਫੈਸਲਾ ਕੀਤਾ ਇਸ ਨੂੰ ਵਾਪਸ ਲੈ ਕਰਕੇ ਜੰਮੂ ਕਸ਼ਮੀਰ ਦੇ ਅੰਦਰ ਜਿੱਥੇ 5 ਬੋਲੀਆਂ ਨੂੰ ਮਾਨਤਾ ਦਿੱਤੀ ਹੈ, ਉੱਥੇ ਪੰਜਾਬੀ ਬੋਲੀ ਨੂੰ ਵੀ ਮਾਨਤਾ ਦਿੱਤੀ ਜਾਵੇ, ਜਿਸ ਦੇ ਨਾਲ ਸਿੱਖ ਕੌਮ ਆਪਣੇ ਜ਼ਖਮਾਂ ਦੇ ਉੱਤੇ ਮਲਮ ਲਗਾ ਸਕਦੀ ਹੈ। ਤਾਂ ਮੈਂ ਫਿਰ ਅੰਤ ਵਿੱਚ ਇਹੀ ਗੱਲ ਕਰਾਂਗਾ, ਇੱਕ ਗੱਲ ਹੋਰ, ਇਹ ਗੱਲ ਵੀ ਕਿਤੇ ਕਮਜ਼ੋਰੀ ਵੀ ਨਾ ਸਮਝ ਲੈਣਾ, ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਕਿਹਾ ਸੀ, ਚੂੰਕਾਰ ਅੱਜ ਹਮਾ ਹਿਲਤੇ ਦਰ ਗੁਜਾਸ਼ਤ ਹਸਤਲਾਲ ਬੁਰਦਨ ਬਾ ਸ਼ਮਸ਼ੀਰੇ ਦਾਸਤ। ਜਦੋਂ ਤੁਸੀਂ ਸਟੇਜਾਂ ਤੇ ਬੋਲਣ ਨਹੀਂ ਦਿਓਗੇ, ਜਦੋਂ ਤੁਸੀਂ ਰੈਲੀ ਕਰਨ ਨਹੀਂ ਦਿਓਗੇ, ਜਦੋਂ ਕੋਈ ਗੱਲ ਸੁਣੋਗੇ ਨਹੀਂ, ਤੇ ਆਖਰ ਹੱਦ ਬੰਦਾ ਜਦੋਂ ਖਤਮ ਹੋ ਜਾਏਗੀ ਤੇ ਉਹ ਗੁਰੂ ਗੋਬਿੰਦ ਸਿੰਘ ਦੇ ਵਾਕ ਲੈ ਕੇ ਸਿੱਖ ਫਿਰ ਸੜਕਾਂ ਦੇ ਉੱਤੇ ਆ ਕੇ ਸੜਕਾਂ ਬੰਦ ਕਰ ਦੇਣਗੇ। ਫਿਰ ਤੁਹਾਡੇ ਕੋਲ ਹਾਲਾਤ ਸਾਹਮਣੇ ਮੁਸ਼ਕਲ ਹੋ ਜਾਣਗੇ। ਜਿਸ ਕੌਮ ਨੇ ਇਸ ਦੇਸ਼ ਦੀ ਆਜ਼ਾਦੀ ਵਾਸਤੇ ਇਤਨਾ ਕੁਝ ਕੀਤਾ ਜੋ ਬੁਲਾਰਿਆਂ ਨੇ ਦੱਸਿਆ ਹੈ, तो उस कौम के नाल वितकरा ना करो। इस पंजाबी भाषा को इत्थे लागू करो, अपने फैसले को वापस लै करके इसनूं 6वीं बोली विच इसनूं दर्जा प्राप्त दे देवो। मैं होइयां भुल्लां चुकां दी खिमा। वाहिगुरू जी का खालसा, वाहिगुरू जालम सरकार, जालम सरकार, वाहिगुरू जी का खालसा, वाहिगुरू जी की फतेह। सरदार, मेरा नाम जोगिंदर सिंह है जी। जो वीर अमर सिंह जी बोल रहे थे, बड़े अच्छे विचार रखे। उन्होंने विचार विच मैं एक और चीज ऐड करना चाहना कि सरकार 1965 1971 की जंग भुल गई, किन्हें जीती सी। 1971 विच वाद सिख जरनल है जगजीत सिंह अरोड़ा, जिसने पाकिस्तान के जनरल नियाजी नूं कैद किया और 96,000 फौज कैद की। गुरु के लाल सिख पंजाबी बोलने वाले सन, जिस दे कारण हिंदुस्तान कामयाब होया। अज हिंदुस्तान उन्होंने कुर्बानी भुलता जा रहा। सियालकोट के बार्डर ते 1965 विच जोगिंदर सिंह कैप्टन, जो कि मोर्चे नूं फतेह करने लई अपने छाती नाल बम बन के टैंकां थले लेट के कादे वास्ते लेटे सन, इस देश नूं बचाउण वास्ते। अज देश उन्हां वीरां दी कुर्बानी भुलदा जा रहा, सिख कौम नाल धक्का करदा जा रहा। इस मोदी सरकार मैं चेतावनी देना उन्होंने कि ऐसा ना होए, जे तुसी साढ़े हक की सुनवाई ना की, पंजाबी बोली लागू ना की, ते ये जो अजलास जिलसे हैं और भयानक रूप लाए जाएंगे। उसका जिम्मेवार सरकार होएगी, यूटी सरकार होएगी, सेंट्रल सरकार होएगी। वाहिगुरू जी का खालसा, वाहिगुरू जी की फतेह। साहब, ਤੁਸੀਂ ਜੋ ਇਹ ਧੱਕਾ ਹੋ ਰਿਹਾ ਉਹਦੀ ਕਰਕੇ ਕੀ ਕਹਿਣਾ ਚਾਹੋਗੇ? ਅੱਜ ਅਗਰ ਇਸ ਇਦਾਂ ਹੀ ਚੱਲਦਾ ਰਿਹਾ, ਸਿੱਖਾਂ ਨਾਲ ਧੱਕਾ ਹੁੰਦਾ ਰਿਹਾ, ਤੇ ਤੁਸੀਂ ਇਹ ਆਵਾਜ਼ ਆਪਣੀ ਕਦ ਤੱਕ ਉਠਾਓਗੇ? ਕਦੋਂ ਤੱਕ ਇਹ ਰੋਸ ਮਾਰਚ ਚੱਲਦੇ ਰਹਿਣਗੇ ਔਰ ਪ੍ਰੋਟੈਸਟ ਚੱਲਦੇ ਰਹਿਣਗੇ? ਸਿੱਖ ਦਾ ਜਨਮ ਹੋਣ ਤੋਂ ਲੈ ਕੇ ਅੱਜ ਤੱਕ ਧੱਕੇ ਹੀ ਹੁੰਦੇ ਰਹੇ ਹਨ ਕਿ ਹਨ ਉਹ ਪ੍ਰਦਰਸ਼ਨ ਔਰ ਆਪਣੀਆਂ ਜੰਗਾਂ ਲੜਦੇ ਹੀ ਰਹੇ ਹਨ। ਮੈਂ ਇਹ ਸਮਝਦਾ ਹਾਂ ਕਿ ਜਿਸ ਤਰੀਕੇ ਦੇ ਨਾਲ ਸੈਂਟਰ ਗਵਰਨਮੈਂਟ ਜਾਂ ਇਸ ਤੋਂ ਪਹਿਲੀ ਗਵਰਨਮੈਂਟ ਸਿੱਖਾਂ ਦੇ ਨਾਲ ਧੱਕਾ ਕਰਦੀ ਆਈ ਹੈ ਤੇ ਸਿੱਖਾਂ ਦੇ ਪ੍ਰਦਰਸ਼ਨ ਔਰ ਸਿੱਖਾਂ ਦੀ ਆਵਾਜ਼ ਆਪਣੀ ਆਵਾਜ਼ ਬੁਲੰਦ ਕਰਦੇ ਰਹੇ ਹਨ। ਮੈਂ ਸਮਝਦਾ ਹਾਂ ਕਿ ਇਸ ਸੈਂਟਰ ਗਵਰਨਮੈਂਟ ਨੂੰ ਔਰ ਯੂਟੀ ਸਰਕਾਰ ਨੂੰ ਚੇਤਾਵਨੀ ਦਿੰਦਾ ਹਾਂ ਕਿ ਪੰਜਾਬੀ ਭਾਸ਼ਾ ਨੂੰ ਲਾਗੂ ਕੀਤਾ ਜਾਏ, ਨਹੀਂ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਪ੍ਰਦਰਸ਼ਨ ਹੋਰ ਤੇਜ਼ ਹੋਣਗੇ। ਕਿਸੇ ਥਾਂ ਤੇ ਜਾ ਕੇ ਇਹ ਗੱਲ ਨਾ ਤੁਸੀਂ ਕਹੋ ਕਿ ਅਸੀਂ ਪੀਸਫੁਲ ਪ੍ਰਦਰਸ਼ਨ ਕਰਦੇ ਹਾਂ ਤੇ ਤੁਸੀਂ ਉਸ ਟਾਈਮ ਸਾਡੇ ਤੇ ਅੱਤਵਾਦੀ ਔਰ ਵੱਖਵਾਦੀ ਦਾ ਅਟੈਕ ਲਾ ਕੇ ਸਾਨੂੰ ਸਾਡੇ ਬੱਚਿਆਂ ਨੂੰ ਜਿਸ ਤਰੀਕੇ ਦੇ ਨਾਲ ਪਹਿਲੇ ਸ਼ਹੀਦ ਕੀਤਾ ਗਿਆ ਸੀ, ਉਸ ਤਰੀਕੇ ਦੇ ਨਾਲ ਇਸ ਮਾਂ ਬੋਲੀ ਪੰਜਾਬੀ ਤੇ ਵੀ ਉਹਲੇ ਹਾਲਾਤ ਤੁਸੀਂ ਪੈਦਾ ਕਰਨਾ ਚਾਹੁੰਦੇ ਹੋ। ਮੈਂ ਮਾਨਯ ਪ੍ਰਧਾਨ ਮੰਤਰੀ ਸਾਹਿਬ, ਤੁਸੀਂ ਹੋਸ਼ में आओ, क्योंकि ਤੁਸੀਂ 1947 ਤੋਂ ਲੈ ਕੇ ਅੱਜ ਤੇ ਇਤਿਹਾਸ ਤੱਕ ਦੇਖੋ 71 ਦੀ 65 ਦੀ ਯੁੱਧ ਜੋ ਸਿੱਖਾਂ ਨੇ ਜਿੱਤੇ ਹਨ, ਜੋ ਪਾਕਿਸਤਾਨ ਤੇ ਪੈਟਨ ਟੰਗ ਜੋ ਸਿੱਖਾਂ ਨੇ ਥੱਲੇ ਬੰਬ ਬਣ ਕੇ ਜਾ ਕੇ ਉਡਾਏ ਹਨ, ਉਹ ਚੀਜ਼ਾਂ ਤੁਸੀਂ ਭੁੱਲ ਗਏ ਹੋ। ਮੈਂ ਆਪਣੀ ਤਰਫੋਂ ਔਰ ਆਪਣੀ ਕੌਮ ਦੇ ਤਰਫੋਂ ਸੈਂਟਰ ਗਵਰਨਮੈਂਟ ਨੂੰ ਇਹ ਗੱਲ ਕਹਿਣਾ ਚਾਹੁੰਦਾ ਹਾਂ ਕਿ ਇਸ ਸੈਸ਼ਨ ਦੇ ਵਿੱਚ ਜਲਦੀ ਤੋਂ ਜਲਦੀ ਇਸ ਪੰਜਾਬੀ ਭਾਸ਼ਾ ਨੂੰ ਆਫੀਸ਼ੀਅਲੀ ਭਾਸ਼ਾ ਲਾਗੂ ਕੀਤੀ ਜਾਏ, ਤਾਂ ਹੀ ਸਿੱਖਾਂ ਦੇ ਪ੍ਰਦਰਸ਼ਨ ਔਰ ਮੁਜ਼ਾਹਰੇ ਰੁਕਣਗੇ, ਨਾ ਕਿ ਆਉਣੇ ਵਾਲੇ ਦਿਨਾਂ 'ਚ ਇਹਦੇ ਤੋਂ ਹੀ ਹੋਰ ਤੇਜ਼ ਕੀਤੇ ਜਾਣਗੇ। ਬੋਲੇ ਸੋਨੇਹਾ। जो संगत जी जयकारा नी गूंज नाल लोग अपनी जो है
ਪ੍ਰਦਰਸ਼ਨ ਕਰ ਰਹੇ ਹਨ, ਪੂਰੇ ਸ਼ਾਂਤਮਈ ਤਰੀਕੇ ਨਾਲ ਆਪਣਾ ਰੋਸ ਪ੍ਰਗਟ ਕਰ ਰਹੇ ਹਨ ਔਰ ਪੰਜਾਬੀ ਭਾਸ਼ਾ ਲਾਗੂ ਕਰਨ ਲਈ ਜੋ ਵੀ ਯਤਨ ਕਰ ਰਹੇ ਹਨ। ਤਾਂ ਸਰਕਾਰਾਂ ਨੂੰ ਵੀ ਤਾਂ ਕਿ ਸਰਕਾਰਾਂ ਤੱਕ ਇਹ ਆਵਾਜ਼ ਪਹੁੰਚ ਸਕੇ। ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ।